रूप चंद की जननी आई। बाबे रूप चंद दी माता जो गुरु की प्यार वाली बीबी है, भाई आकलत खान दी पुत्री, गुरु घर दी बहुत प्रेमण वो आई है। पादर बिंदन सो लपटाई। आके उस बीबी ने महाराज छेवें पातशाह दे चरणों ते नमस्कार कीती, मत्था टेकिया। दे कर धीरज प्रभु उदारे। गरीब नवाज सतगुरु जी ने उस माता नू धीरज दिता, हौसला दिता है। भये तुरंगम पर सवारे। और आप सच्चे पातशाह जी घोड़े ते सवार होए हन। नाम जान भाई गुर धरियो। महाराज ने घोड़े का नाम जिहड़ा घोड़ा लाहौर तो बाबा बिधि चंद जी लैके आए ने, जिस दा नाम बादशाह ने दिलबाग रखा होया सी, गुरु साहब ने उस घोड़े का नाम बदल के जान भाई रख दिता है। जान भाई का मतलब है भी भरावां की तरह प्रेम करने वाला, जान तो भी प्यारा। इस तरह सतगुरु जी ने घोड़े का नाम जान भाई रखिया है। तिस पर जीन पाए वो करियो। ਉਹਦੇ ਤੇ ਕਾਠੀ ਪਾਈ ਆ ਜਿਹੜੀ ਬਾਬਾ ਬਿਧੀ ਚੰਦ ਜੀ ਨਾਲ ਹੀ ਲੈ ਕੇ ਆਏ ਨੇ ਘੋੜੇ ਦੇ। ਜਬਰ ਜਵਾਹਰ ਜ਼ਾਹਰ ਜਰੇ। ਵਿੱਚ ਬੜੇ ਜ਼ਬਰਦਸਤ ਜਵਾਹਰਾਤ ਜੜੇ ਹੋਏ ਨੇ, ਜਿਨ੍ਹਾਂ ਦੀ ਬਹੁਤ ਚਮਕ ਦਮਕ ਹੈ। ਜਗਮਗ ਜੋਤ ਹੋਤ ਛਬ ਭਰੇ। ਜਗਮਗ ਜਗਮਗ ਕਰਦੇ ਹੀਰੇ ਮੋਤੀ ਲਿਸ਼ਕਦੇ ਹਨ, ਸੋਭਾ ਪਾਉਂਦੇ ਹਨ। ਨਗਮਾਨਕ ਹੀਰੇ ਬਹੁ ਬਰਨ। ਬੜੇ ਰੰਗ ਬਰੰਗੇ ਹੀਰੇ, ਸਬਜੇ ਪੰਨੇ, ਮੋਤੀ, ਨੀਲਮ ਇਦਾਂ ਦੇ ਰੰਗ ਰੰਗ ਦੇ ਪਾਏ ਹੋਏ ਹਨ। ਵਿੱਚ ਲਗੇ ਕਿਰਨ ਤੇ ਛੂਟਤ ਕਿਰਨ। ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਤੇ ਉਹਨਾਂ ਵਿੱਚੋਂ ਵੀ ਕਿਰਨਾਂ ਨਿਕਲਦੀਆਂ ਨੇ। ਬਾਂਦੀ ਜਿਗਾ ਜਰਾਊ ਮਾਥੇ। ਤੇ ਘੋੜੇ ਦੇ ਮੱਥੇ ਉੱਤੇ ਵੀ ਜਿਗਾ ਲਾਈ ਹੈ, ਜਿਹੜੀ ਉਹ ਕਲਗੀ ਲਾਉਂਦੇ ਹਨ। ਕਲਗੀ ਤੁੰਗ ਦਿਪਤ ਦੁੱਤ ਸਾਥੇ। ਬੜੀ ਸੋਹਣੀ ਸੋਭਾ ਪਾ ਰਹੀ ਹੈ। ਬਾਰੇ ਅੰਬਰ ਬਸਤਰੀ ਬਿਰਾਜੈ। ਤੇ ਉੱਤੇ ਬੜੇ ਸਾਫ਼ ਚੰਗੇ ਵਧੀਆ ਕੀਮਤੀ ਕੱਪੜੇ ਦੀ ਬਸਤਰੀ ਪਾਈ ਹੋਈ ਹੈ, ਝੁੱਲ ਪਾਈ ਹੈ। ਝਾਲਰ ਜ਼ਰੀ ਝੁਲਤ ਸੁਭ ਸਾਜੈ। ਜਰੀਦਾਰ ਝਾਲਰ ਪਾਈ ਜਿਹੜੀ ਸੋਭਾ ਪਾਉਂਦੀ ਹੈ। ਮਨੋ ਚਪਲਤਾ ਸਕਲ ਸਕੇਲੀ। ਭਾਈ ਸਾਹਿਬ ਜੀ ਕਹਿੰਦੇ ਮਾਨੋ ਸਾਰੀ ਦੁਨੀਆ ਦੀ ਚੰਚਲਤਾ ਹੀ ਚਪਲਤਾ ਇਕੱਠੀ ਕਰਕੇ ਸਹਿਤ ਚਾਤਰੀ ਬਿਦ ਹੈ ਮੇਲੀ। ਵਿਧਾਤਾ ਨੇ ਇਸ ਘੋੜੇ 'ਚ ਪਾ ਦਿੱਤੀ ਹੋਵੇ। ਰੇਸ਼ਮ ਡੋਰ ਸੰਗ ਡੁਰੇ ਆਇਓ। ਰੇਸ਼ਮ ਦੀਆਂ ਡੋਰਾਂ ਨਾਲ ਉਹਦੇ ਗਲ ਵਿੱਚ ਪਾਈਆਂ ਹੋਈਆਂ ਨੇ। ਸੇਵਾਦਾਰ ਉਹਦੇ ਨਾਲ ਉਹਨੂੰ ਹਿਲਾ ਕੇ ਲੈ ਆਏ ਨੇ। ਚਲੇ ਦਾਸ ਕੇ ਹੱਥ ਗਾਹਿਓ। ਉਹ ਡੋਰਾਂ ਹੱਥ 'ਚ ਫੜੀਆਂ ਸੇਵਾਦਾਰ ਅੱਗੇ ਅੱਗੇ ਲੈ ਕੇ ਘੋੜੇ ਨੂੰ ਤੁਰਦੇ ਨੇ। ਜਬ ਜੋਗ ਮਿਲੈ ਹਰਖ ਔਰ ਭਰੈ। ਮਹਾਰਾਜ ਨੇ ਇਹ ਸੋਚਿਆ ਵੀ ਜਦੋਂ ਦੋਵੇਂ ਘੋੜੇ ਇਕੱਠੇ ਹੋ ਜਾਣਗੇ, ਗੁਲਬਾਗ ਵੀ ਆ ਜਾਏਗਾ, ਖੁਸ਼ ਹੋ ਜਾਣਗੇ, ਤੋ ਸਵਾਰੀ ਹਮ ਇਸ ਕਰੈ। ਤਾਂ ਉਦੋਂ ਅਸੀਂ ਇਹਦੀ ਸਵਾਰੀ ਕਰਾਂਗੇ। ਜਿੰਨਾ ਚਿਰ ਇਹ ਖੁਸ਼ ਨਹੀਂ ਹੁੰਦਾ ਘੋੜਾ, ਜਿੰਨਾ ਚਿਰ ਇਹਦਾ ਸਾਥੀ ਇਹਨੂੰ ਆ ਕੇ ਨਹੀਂ ਮਿਲਦਾ, ਉਹਨਾਂ ਚਿਰ ਇਹਦੀ ਸਵਾਰੀ ਨਹੀਂ ਕਰਨੀ। ਕਰਿਆ ਕੇ ਸਤਿਗੁਰੂ ਬਿਆਨੇ। ਉਸ ਘੋੜੇ ਨੂੰ ਅੱਗੇ ਖਾਲੀ ਤੋਰ ਲਿਆ, ਕੋਤਲ ਤੋਰ ਲਿਆ, ਤੇ ਆਪ ਸਤਿਗੁਰੂ ਆਪਣੇ ਪਹਿਲੇ ਘੋੜੇ ਤੇ ਸਵਾਰ ਹੋ ਕੇ ਚੱਲ ਪਏ। ਬਜੇ ਦਮਾਮਾ ਬੜ ਧੁਨ ਥਾਨੇ। ਬੜੀ ਆਵਾਜ਼ ਦੇ ਨਗਾਰਾ ਗਰਜਿਆ ਹੈ, ਗੂੰਜਿਆ ਹੈ, ਸਤਿਗੁਰਾਂ ਦਾ ਨਗਾਰਾ ਵੱਜਿਆ ਹੈ। ਕਰਤ ਬਤਕ ਹੀ ਮੁਖ ਮੁਸਕਾਵਤ। ਮਹਾਰਾਜ ਭਾਈ ਜੋਧ ਰਾਏ ਨਾਲ ਗੱਲਾਂ ਬਾਤਾਂ ਕਰਦੇ ਤੇ ਮੁਸਕਰਾਉਂਦੇ ਹੋਏ ਘੋੜੇ ਤੇ ਜਾ ਰਹੇ ਨੇ। ਜੋਧ ਸੰਗ ਇਮ ਪੰਥ ਸੁਹਾਵਤ। ਮਹਾਰਾਜ ਰੂਪੇ ਭਾਈ ਕੇ ਤੋਂ ਤੁਰ ਪਏ ਨੇ ਤੇ ਕਾਂਗੜ ਪਿੰਡ ਵੱਲ ਜਾ ਰਹੇ ਨੇ। ਰਸਤੇ 'ਚ ਇਸ ਤਰ੍ਹਾਂ ਦੀਆਂ ਬਚਨ ਬਿਲਾਸ ਗੱਲਾਂ ਬਾਤਾਂ ਭਾਈ ਜੋਧ ਰਾਏ ਨਾਲ ਕਰਦੇ ਨੇ। ਚੜੇ ਲੰਕ ਪਰ ਰਘੁਬਰਨਾਥ। ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਇਸ ਤਰ੍ਹਾਂ ਜਾਪਦਾ ਜਿਵੇਂ ਲੰਕਾ ਉੱਤੇ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਚੜ੍ਹਾਈ ਕੀਤੀ ਹੋਵੇ। ਕਰਤ ਬਾਰਤਾ ਕਪ ਪਤ ਸਾਥ। ਤੇ ਰਸਤੇ ਵਿੱਚ ਰਾਜੇ ਸੁਗਰੀਵ ਨਾਲ ਗੱਲਾਂ ਕਰਦੇ ਜਾ ਰਹੇ ਹੋਣ। ਦੀਨ ਕੋਸ ਕਾਂਗੜਪੁਰ ਅਹੇ। ਸਾਧ ਸੰਗਤ ਜੀ 3 ਕੋ ਇਥੋਂ ਦੀਨਾ ਕਾਂਗੜ ਸੀ। ਗਏ ਤੁਰਤ ਹੀ ਦ੍ਰਿਸ਼ਟੀ ਲਹੇ। ਮਹਾਰਾਜ ਛੇਤੀ ਨਾਲ ਹੀ ਕਾਂਗੜ ਪਿੰਡ ਪਹੁੰਚ ਗਏ ਨੇ। ਸਾਹਮਣੇ ਕਾਂਗੜ ਪਿੰਡ ਨਜ਼ਰ ਆਇਆ ਹੈ। ਜੋਧ ਰਾਏ ਕੇ ਮੰਦਿਰ ਉੱਚੇ। ਜੋਧ ਰਾਏ ਦੇ ਘਰ ਬੜੇ ਸੋਹਣੇ ਵਧੀਆ ਉੱਚੇ ਉੱਚੇ ਹਨ। ਸਤਿਗੁਰ ਹੇਰੇ ਨਿਕਟ ਪਹੁੰਚੇ। ਮਹਾਰਾਜ ਨੇ ਦੇਖੇ ਹਨ ਤੇ ਉਹਨਾਂ ਸੋਹਣੇ ਮਕਾਨਾਂ ਦੇ ਨੇੜੇ ਪਹੁੰਚੇ ਹਨ ਛੇਵੇਂ ਪਾਤਸ਼ਾਹ ਜੀ। ਉੱਤਮ ਥਰਪੁਰ ਤੇ ਜਿਸ ਦੇਸ ਮੈਂ। ਸਾਧ ਸੰਗਤ ਜੀ ਕਾਂਗੜ ਤੋਂ ਪੂਰਬ ਤੋਂ ਵਾਲੇ ਪਾਸੇ ਉੱਤਮ ਸੋਹਣੀ ਥਾਂ ਜਿਹੜੀ ਹੈ, ਲੈ ਡੇਰਾ ਉਤਰਾਇਓ ਤਿਸ ਮੈਂ। ਉੱਥੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਡੇਰਾ ਕਰਾ ਦਿੱਤਾ, ਆਪਣਾ ਲਵਾ ਦਿੱਤਾ ਹੈ। ਸੁਣ ਕਰ ਜੋਧ ਰਾਏ ਕੀ ਨਾਰੀ। ਜੋਧ ਰਾਏ ਦੀ ਘਰ ਵਾਲੀ ਨੂੰ ਜਦੋਂ ਪਤਾ ਲੱਗਾ ਵੀ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਜੀ ਆਏ ਹਨ, ਪਹੁੰਚੀ ਲੈ ਬਹੁ ਭੇਟ ਅਗਾਰੀ। ਉਹ ਬੜੀ ਭਾਗਾਂ ਵਾਲੀ ਗੁਰਸਿੱਖ ਬੱਚੀ ਸੀ, ਗੁਰੂ ਘਰ ਦੇ ਨਾਲ ਜੁੜੀ ਹੋਈ ਸੀ ਪੇਕੇ ਘਰ ਤੋਂ। ਉਹਦੀ ਸੰਗਤ ਕਰਕੇ ਉਹਦਾ ਪਤੀ ਜੋਧ ਰਾਏ ਵੀ ਗੁਰੂ ਕਾ ਪ੍ਰੇਮੀ ਬਣ ਗਿਆ, ਸਿੱਖ ਬਣ ਗਿਆ। ਸੋ ਜਦੋਂ ਬੀਬੀ ਨੂੰ ਪਤਾ ਲੱਗਾ ਵੀ ਮੇਰਾ ਪਤੀ ਗੁਰੂ ਸਾਹਿਬ ਨੂੰ ਲੈ ਕੇ ਆਇਆ ਹੈ, ਬੜੇ ਉਤਸ਼ਾਹ ਨਾਲ, ਬੜੀ ਸ਼ਰਧਾ ਨਾਲ ਉਹ ਬੀਬੀ ਬਹੁਤ ਸਾਰੀਆਂ ਸੁੰਦਰ ਭੇਟਾਵਾਂ ਲੈ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਣ ਆਈ ਹੈ। ਦਰਸ਼ਨ ਕੀਨ ਬੰਦਨਾ ਚਰਨ। ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਹੈ। ਜਨਮ ਮਰਨ ਦੁਖ ਜਿਨ ਤੇ ਹਰਨ। ਜਿਸ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕਰਕੇ ਜਨਮ ਮਰਨ ਦੇ ਬੰਧਨ ਕੱਟੇ ਜਾਂਦੇ ਹਨ। ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਏ।
ਐਸੇ ਮੇਰੀਆਂ ਪੀਰੀਆਂ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ। ਜੋਧ ਰਾਏ ਕਰਵਾਏ ਵਡੇਰਾ, ਭਾਈ ਜੋਧ ਰਾਏ ਜੀ ਨੇ ਡੇਰਾ ਕਰਵਾਇਆ, ਸੇਵਾ ਸਰਬ ਸੰਭਾਰ ਵਡੇਰਾ। ਔਰ ਬੜੀ ਸੇਵਾ ਸੰਭਾਲ ਕੀਤੀ। ਆਪ ਖੜਾ ਰਿਹਾ ਉਹਨਾਂ ਚਿਰ ਜਿੰਨਾ ਚਿਰ ਸਿੱਖਾਂ ਦੇ ਤੰਬੂ ਨਹੀਂ ਲੱਗ ਗਏ, ਸਾਰਿਆਂ ਸਿੱਖਾਂ ਦੇ ਘੋੜਿਆਂ ਦੇ ਅੱਡੇ ਨਹੀਂ ਬਣ ਗਏ, ਜਿੰਨਾ ਚਿਰ ਪਾਣੀ ਦਾ ਅੰਨ ਦਾਣੇ ਦਾ ਪੂਰਾ ਬੰਦੋਬਸਤ ਨਹੀਂ ਹੋਇਆ, ਗੁਰੂ ਸਾਹਿਬ ਦੀ ਛਾਉਣੀ ਪੱਕੀ ਨਹੀਂ ਪਈ, ਉਹਨਾਂ ਚਿਰ ਜੋਧ ਰਾਏ ਕੋਲ ਖੜ ਕੇ ਸੇਵਾ ਕਰਾਉਂਦਾ ਰਿਹਾ ਆਪਣੇ ਨੌਕਰਾਂ ਕੋਲੋਂ। ਨਿਤ ਨੂਤਨ ਚਿਰ ਧਾਰਤ ਭਾਊ, ਤੇ ਇਹਦੇ ਮਨ ਵਿੱਚ ਮਹਾਰਾਜ ਦੇ ਚਰਨਾਂ ਪ੍ਰਤੀ ਪ੍ਰੇਮ ਭਾਵਨਾ ਵੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਸ਼ਰਧਾ ਦੇ ਵਿੱਚ ਵਾਧਾ ਹੋ ਰਿਹਾ ਹੈ, ਪ੍ਰੇਮ ਵੱਧਦਾ ਜਾ ਰਿਹਾ ਹੈ। ਗੁਰੂ ਪ੍ਰੇਮ ਬਾ ਸਹਿਜ ਸੁਭਾਉ, ਤੇ ਗੁਰੂ ਦੇ ਪ੍ਰੇਮ ਵਿੱਚ ਸਹਿਜ ਸੁਭਾਈ ਸਤਿਗੁਰੂ ਜੀ ਦੀ ਸ਼ਰਧਾ ਭਾਵਨਾ ਦਿਨੋਂ ਦਿਨ ਉਹਦੇ ਮਨ ਵਿੱਚ ਵੱਧਦੀ ਜਾ ਰਹੀ ਹੈ। ਬਸ ਕਰ ਬਾਸੁਕ ਕਿਤਕ ਬਿਤਾਏ। ਕੁਝ ਦਿਨ ਸਾਧ ਸੰਗਤ ਜੀ ਸਤਿਗੁਰਾਂ ਦੇ ਕੋਲ ਇਹ ਰਿਹਾ ਸੀ ਤੇ ਉਹਨਾਂ ਦਿਨਾਂ ਤੋਂ ਹੀ ਪ੍ਰੇਮੀ ਬਣ ਗਿਆ ਸੀ। ਬਨਹਿ ਸਿੱਖ ਬਹੁ ਦਰਸ਼ਨ ਪਾਏ, ਇੱਥੇ ਹੋਰ ਨਵੇਂ ਗੁਰੂ ਕੇ ਸਿੱਖ ਆ ਕੇ ਸਿੱਖੀ ਧਾਰਨ ਕਰ ਰਹੇ ਨੇ। ਜੋਧ ਸੰਗ ਸ੍ਰੀ ਸਤਿਗੁਰ ਆਪ, ਮਹਾਰਾਜ ਭਾਈ ਜੋਧ ਰਾਏ ਦੇ ਨਾਲ ਬਹੁਤ ਖੁੱਲੇ ਬਚਨ ਵਿਲਾਸ ਕਰਦੇ, ਵਾਰਤਾਲਾਪ ਕਰਦੇ, ਚਰਚਾ ਕਰਦੇ ਰਹਿੰਦੇ ਆ। ਕਰਹਿ ਪ੍ਰਤੀਖਨ ਵਿਧੀ ਏਕੇਰੀ, ਭਾਈ ਜੋਧ ਰਾਏ ਵੀ ਤੇ ਗੁਰੂ ਸਾਹਿਬ ਵੀ ਬਾਬੇ ਬਿਧੀ ਚੰਦ ਨੂੰ ਉਡੀਕਦੇ। ਬਿਧੀ ਚੰਦ ਹੁਣ ਜਾਏਗਾ ਤੇ ਦੂਜਾ ਘੋੜਾ ਲੈ ਕੇ ਆਵੇਗਾ। ਹਾਏ ਕੋ ਲਿਆਵਹਿ ਗੋ ਜਿਸ ਬੇਰੀ, ਉਸ ਸਮੇਂ ਦੀ ਉਡੀਕ ਵਿੱਚ ਅਨੁਸਾਰੇ ਹੀ ਜਦੋਂ ਬਾਬਾ ਬਿਧੀ ਚੰਦ ਜੀ ਦੂਜਾ ਘੋੜਾ ਵੀ ਲੈ ਆਉਣਗੇ। ਲਸ਼ਕਰ ਤਰਕਨ ਤੁਰਕਨ ਕੋ ਬਹੁ ਐ, ਕਿਉਂਕਿ ਤੁਰਕਾਂ ਦੀ ਫੌਜ ਫਿਰ ਬਾਅਦ ਚ ਆਵੇਗੀ। ਜੇ ਪਹਿਲਾਂ ਘੋੜਾ ਆਵੇਗਾ, ਬਿਧੀ ਚੰਦ ਲੈ ਕੇ ਆਵੇਗਾ, ਤੇ ਫਿਰ ਨਾਲ ਹੀ ਤੁਰਕਾਂ ਦੀ ਫੌਜ ਨੇ ਵੀ ਆਉਣਾ, ਜੰਗ ਵੀ ਹੋਣਾ। ਉਹਦੀ ਗੁਰੂ ਸਾਹਿਬ ਪਹਿਲਾਂ ਹੀ ਤਿਆਰੀਆਂ ਕਰ ਰਹੇ ਨੇ। ਹਮਰੇ ਬਹਤ ਕਮਸਾਨ ਮਚੈ ਹੈ, ਮਹਾਰਾਜ ਕਹਿੰਦੇ ਆ ਵੀ ਹੁਣ ਆਉਣ ਦਿਓ ਤੁਰਕਾਂ ਨੂੰ। ਐਤਕੀ ਸੁੱਕਾ ਕੋਈ ਜਾਣ ਨਹੀਂ ਦੇਣਾ ਖਾਲੀ ਘਰ ਨੂੰ ਮੁੜ ਕੇ। ਕਮਸਾਨ ਦਾ ਯੁੱਧ ਕਰਨਾ, ਇਹਨਾਂ ਦੇ ਨਾਲ ਦੋ ਦੋ ਹੱਥ ਕਰਨੇ ਹਨ। ਦੋਹਰਾ ਉਤ ਵਿਧੀਏ ਕੀ ਕਥਾ ਜਿਮ ਲਿਆਵਨ ਦੁਤੀਏ ਤੁਰੰਗ। ਉਧਰ ਹੁਣ ਸੁਣੋ ਬਾਬਾ ਬਿਧੀ ਚੰਦ ਜੀ ਦੀ ਕਥਾ, ਜਿਹੜਾ ਦੂਜਾ ਘੋੜਾ ਲੈਣ ਵਾਸਤੇ ਗਏ ਹਨ। ਸੁਨੀਐ ਸ਼ਰੋਤਾ ਪ੍ਰੇਮ ਧਾਰ ਗੁਰ ਕੋ ਸੁਜਾਸਿਓ ਤੰਗ। ਇਹ ਸਰੋਤਾ ਜਨੋ ਸ਼ਰਧਾਵਾਨ ਗੁਰੂ ਕੇ ਪਿਆਰਿਓ, ਪ੍ਰੇਮ ਨਾਲ ਸਤਿਗੁਰਾਂ ਦੀ ਕਥਾ ਸੁਣੋ। ਕਿਵੇਂ ਗੁਰੂ ਸਾਹਿਬ ਜੀ ਨੇ ਆਪਣੇ ਮਹਾਨ ਯੋਧੇ ਬਾਬਾ ਬਿਧੀ ਚੰਦ ਜੀ ਕੋਲੋਂ ਬੜਾ ਅਚੰਭੇ ਵਾਲਾ, ਹੈਰਾਨ ਕਰਨ ਵਾਲਾ ਕੌਤਕ ਕਰਵਾ ਦਿੱਤਾ ਹੈ। ਚੌਪਾਈ ਸਤਿਗੁਰ ਤੇ ਹੋਏ ਵਿਦਾ ਪਿਆਨਾ। ਬਾਬਾ ਬਿਧੀ ਚੰਦ ਜੀ ਗੁਰੂ ਸਾਹਿਬ ਜੀ ਤੋਂ ਵਿਦਾਇਗੀ ਲੈ ਕੇ ਲਾਹੌਰ ਨੂੰ ਚਲੇ ਗਏ। ਗਮਨਤ ਦਾਵ ਵਿਚਾਰਤ ਠਾਨਾ, ਕਹਿੰਦੇ ਰਸਤੇ ਵਿੱਚ ਬਹੁਤ ਪ੍ਰਕਾਰ ਦੇ ਦਾ ਪੇਚ ਬਾਬਾ ਜੀ ਵਿਚਾਰ ਕਰਦੇ ਹਨ। 3 ਦਿਵਸ ਮੈਂ ਪਹੁੰਚੋ ਜਾਈ, ਔਰ 3 ਦਿਨਾਂ ਵਿੱਚ ਲਾਹੌਰ ਜਾ ਪਹੁੰਚੇ। ਵੀ ਕਿਸ ਤਰ੍ਹਾਂ ਕਿਲੇ 'ਚ ਵੜਨਾ ਹੈ, ਹੁਣ ਕਿਵੇਂ ਦੂਜਾ ਘੋੜਾ ਕੱਢਣਾ ਹੈ, ਉਹ ਵਿਚਾਰਦੇ ਹਨ। ਪੁਰ ਕੇ ਪੌਰ ਸਮੀਪ ਸਥਾਈ, ਲਾਹੌਰ ਦੇ ਕਿਲੇ ਦੇ ਦਰਵਾਜ਼ੇ ਦੇ ਕੋਲ ਜਾ ਖੜੇ ਹਨ। ਸਭ ਸਤਿਗੁਰ ਕੇ ਨਾਮੇ ਉਚਾਰੇ, ਫਿਰ ਗੁਰੂਆਂ ਦਾ ਨਾਮ ਲਿਆ। ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕੀਤਾ ਹੈ। ਕਰ ਅਰਦਾਸ ਧਰਾ ਸਿਰ ਧਾਰੇ, ਅਰਦਾਸ ਕਰਕੇ ਬਾਬਾ ਜੀ ਨੇ ਧਰਤੀ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ। ਅੰਗ ਸੰਗ ਪ੍ਰਭ ਨੂੰ ਸਹਾਈ, ਇਹ ਸਤਿਗੁਰੂ ਜੀ, ਮੈਂ ਆਪ ਜੀ ਦਾ ਬੱਚਾ ਹਾਂ, ਚੰਗਾ ਹਾਂ, ਮਾੜਾ ਹਾਂ, ਪਰ ਹੈ ਤਾਂ ਮੈਂ ਤੁਹਾਡਾ ਹੀ ਹਾਂ, ਤੇ ਤੁਸੀਂ ਕਿਰਪਾ ਕਰਕੇ ਮੇਰੀ ਸਹਾਇਤਾ ਕਰੋ। ਪੁਰਵ ਇਹ ਕਾਰਜ ਸਹਸਾਈ, ਇਹ ਕਾਰਜ ਮਹਾਰਾਜ ਤੁਸੀਂ ਆਪ ਛੇਤੀ ਛੇਤੀ ਪੂਰਾ ਕਰ ਦਿਓ। ਇਮ ਕਹਾ ਅੰਤਰ ਜਾਏ ਪ੍ਰਵੇਸ਼ਾ, ਇਸ ਤਰ੍ਹਾਂ ਬਰਦਾਸ਼ਤ ਸੋਧ ਕੇ ਬਾਬਾ ਜੀ ਲਾਹੌਰ ਸ਼ਹਿਰ 'ਚ ਵੜ ਗਏ ਹਨ। ਗਇਓ ਜਹਾਂ ਧਰਮਸਾਲ ਵਿਸ਼ੇਸ਼ਾ, ਜਿੱਥੇ ਸਾਧ ਸੰਗਤ ਜੀ ਲਾਹੌਰ ਸ਼ਹਿਰ ਦਾ ਬਹੁਤ ਵੱਡਾ ਅਸਥਾਨ ਹੈ, ਗੁਰੂ ਕੇ ਸਿੱਖਾਂ ਦੀਆਂ ਉੱਥੇ ਬਣਾਈਆਂ ਹੋਈਆਂ ਧਰਮਸ਼ਾਲਾ ਹਨ, ਗੁਰਦੁਆਰੇ ਹਨ। ਧਰਮਸਾਲ ਵਿੱਚ ਬਾਬਾ ਜੀ ਗਏ ਹਨ। ਪੈਰੀ ਪੈਣਾ ਕਹਿ ਸਭ ਸਾਥ, ਗੁਰੂ ਕੀ ਸੰਗਤ ਨੂੰ ਮਿਲੇ ਹਨ। ਸਿੱਖਾਂ ਨੂੰ ਪੈਰੀ ਪੈਣਾ ਆਖਿਆ ਹੈ। ਜਿਵੇਂ ਆਪਾਂ ਅੱਜ ਕੱਲ੍ਹ ਮਿਲਦੇ ਹਾਂ, ਆਪਸ ਵਿੱਚ ਫਤਿਹ ਬੁਲਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 10ਵੇਂ ਪਾਤਸ਼ਾਹ ਜੀ ਤੋਂ ਪਹਿਲਾਂ ਮਰਜ਼ਾਦਾ ਸੀ ਪੈਰੀ ਪੈਣ ਦੀ। ਇੱਕ ਸਿੱਖ ਦੂਜੇ ਨੂੰ ਕਹਿੰਦਾ ਸੀ ਪੈਰੀ ਪਾਉਣਾ ਜੀ, ਉਹ ਵੀ ਕਹਿੰਦਾ ਸੀ ਜੀ ਪੈਰੀ ਪਾਉਣਾ। ਇੱਦਾਂ ਇੱਕ ਦੂਜੀ ਦੇ ਚਰਨਾਂ ਨੂੰ ਹੱਥ ਲਾਉਂਦੇ ਸਨ, ਪਿਆਰ ਨਾਲ ਮੱਥਾ ਟੇਕਦੇ ਸਨ। ਭਾਈ ਗੁਰਦਾਸ ਜੀ ਆਪਣੀ ਬਾਣੀ 'ਚ ਲਿਖਦੇ ਨੇ, ਪੈਰੀ ਪਵਣ ਨਾ ਛੋਡੀਐ ਕਲੀ ਕਾਲ ਰਹਿ ਰਾਸ ਕਰੇਈ, ਪੈਰੀ ਪਵਣਾ ਜਗ ਵਰਤਾਇਆ। ਇਹ ਮਰਜ਼ਾਦਾ ਪੁਰਾਤਨ ਨਿਮਰਤਾ ਦੇ ਪਿਆਰ ਦੀ ਨਿਸ਼ਾਨੀ ਸੀ। ਗੁਰੂ ਕੇ ਸਿੱਖ ਸਿੱਖਾਂ ਦਾ ਸਤਿਕਾਰ ਕਰਦੇ ਸੀ ਗੁਰੂ ਦਾ ਰੂਪ ਸਮਝ ਕੇ। ਤਾਂ ਭਾਈ ਬਿਧੀ ਚੰਦ ਜੀ ਸਾਰਿਆਂ ਨੂੰ ਮਿਲੇ ਨੇ, ਲਾਹੌਰ ਦੇ ਸਿੱਖਾਂ ਨੂੰ ਪੈਰੀ ਪਾਉਣਾ ਆਖਿਆ ਹੈ। ਬੈਠਿਓ ਸਿਮਰਤ ਸਤਿਗੁਰ ਨਾਥ, ਧਰਮਸ਼ਾਲਾ ਵਿੱਚ ਗੁਰੂ ਗੁਰੂ ਜਪਦੇ ਹੋਏ ਭਾਈ ਬਿਧੀ ਚੰਦ ਜੀ ਬੈਠ ਗਏ ਨੇ। ਜੇ ਤੱਕ ਸਿੱਖ ਤਹਿ ਕਰ ਕਰ ਨਮੋ, ਜਿੰਨੇ ਵੀ ਲਾਹੌਰ ਦੇ ਸਿੱਖ ਧਰਮਸ਼ਾਲਾ ਵਿੱਚ ਗੁਰਦੁਆਰੇ 'ਚ ਆਏ ਹੋਏ ਸਨ,
ਸਾਰਿਆਂ ਨੇ ਭਾਈ ਵਿਧੀ ਚੰਦ ਜੀ ਨੂੰ ਨਮਸਕਾਰ ਕੀਤੀ ਹੈ। ਸਨਮਾਨਿਓ ਸਭ ਨੇ ਤਿਹ ਸਮੋ, ਇੱਕ ਦੂਜੇ ਦਾ ਬਹੁਤ ਸਨਮਾਨ ਕੀਤਾ ਹੈ। ਬਹੁਤ ਖੁਸ਼ੀ ਹੋਈ ਹੈ ਭਾਈ ਸਾਹਿਬ ਨੂੰ ਮਿਲ ਕੇ। ਆਇਓ ਸੰਧਿਆ ਮੈਂ ਬੁੱਧਵਾਨ, ਸੰਧਿਆ ਦੇ ਸਮੇਂ ਬਾਬਾ ਜੀ ਪਹੁੰਚੇ ਸਨ। ਬੁੱਧੀਮਾਨ ਸਨ, ਬੜੇ ਨੀਤੀਵਾਨ ਸਨ। ਰਾਤ ਵੇਲੇ ਧਰਮਸ਼ਾਲਾ ਚੱਪੜੇ ਹਨ। ਪਸਰ ਪਰਿਓ ਤਮ ਤੁਰਤ ਮਹਾਨ, ਥੋੜੇ ਚਿਰ ਵਿੱਚ ਹੀ ਹਨੇਰਾ ਸਾਰੇ ਪਾਸੇ ਪਸਰ ਗਿਆ ਹੈ। ਕੁਸ਼ਲ ਖੇਮ ਬੁਝੀ ਰੋ ਬਤਾਏ, ਲਾਹੌਰ ਦੇ ਸਿੱਖਾਂ ਤੋਂ ਹਾਲ ਚਾਲ ਪੁੱਛਿਆ। ਲਾਹੌਰ ਵਾਲਿਆਂ ਨੇ ਗੁਰੂ ਸਾਹਿਬ ਦਾ ਪੁੱਛਿਆ, ਇੱਕ ਦੂਜੀ ਨੂੰ ਸਭ ਦੱਸਿਆ ਹੈ। ਖਾਨ ਪਾਨ ਸ਼ੁਭਕੀਨ ਤਦਾਈ, ਔਰ ਖਾਨ ਪਾਨ ਕਰਕੇ ਆਰਾਮ ਦੇ ਨਾਲ ਭਾਈ ਵਿਧੀ ਚੰਦ ਜੀ ਸੁੱਤੇ ਹਨ। ਇਤਨੇ ਬਿਖੈ ਫਿਰਤ ਢੰਡੋਰਾ, ਅਜੇ ਲੋਕ ਜਾਗਦੇ ਹੀ ਸਨ ਕਿ ਢੰਡੋਰੇ ਵਾਲੇ ਗਲੀ ਚੋਂ ਲੰਘੇ ਹਨ। ਜਿਹੜੇ ਡੌਂਡੀ ਪਿੱਟ ਦੇ ਢੋਲ ਵਜਾ ਕੇ ਰੌਲਾ ਪਾਉਂਦੇ ਆ, ਜਾਂ ਕੋਈ ਸਰਕਾਰੀ ਐਲਾਨ, ਕੋਈ ਬਾਦਸ਼ਾਹ ਦਾ ਫਰਮਾਨ ਹੋਵੇ ਤੇ ਉਹ ਲੋਕਾਂ ਨੂੰ ਸੁਣਾਉਂਦੇ ਆ। ਸੁਣੋ ਸੁਣੋ ਸੁਣੋ, ਇੱਦਾਂ ਕਹਿ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਆ। ਫਿਰ ਜੋ ਸ਼ਾਹੀ ਫਰਮਾਨ ਹੋਵੇ ਉਹ ਸੁਣਾ ਦਿੰਦੇ ਆ। ਉਹਨੂੰ ਕਹਿੰਦੇ ਆ ਡੌਂਡੀ ਪਿੱਟਣ ਵਾਲਾ, ਢੰਡੋਰਾ ਪਿੱਟਣ ਵਾਲਾ। ਉਹ ਢੰਡੋਰਾ ਪਿੱਟਣ ਵਾਲੇ ਆ ਗਏ ਗਲੀ ਦੇ ਵਿੱਚ। ਕਹਿਤ ਫਿਰ ਇਮ ਊਚ ਪੁਕਾਰ, ਉਹ ਡੌਂਡੀ ਪਿੱਟਣ ਵਾਲੇ ਉੱਚੀ ਉੱਚੀ ਢੋਲ ਵਜਾ ਕੇ ਲੋਕਾਂ ਨੂੰ ਇਉਂ ਕਹਿੰਦੇ ਹਨ, ਜੋ ਨਰ ਖੋਜ ਤੁਰੰਗਮ ਡਾਰ। ਦੇਖੋ ਬਾਈ ਲੋਕੋ, ਬਾਦਸ਼ਾਹ ਦਾ ਘੋੜਾ ਗੁੰਮ ਗਿਆ ਹੈ। ਜਿਹੜਾ ਬੰਦਾ ਘੋੜੇ ਦੀ ਖੋਜ ਨਿਕਾਲ ਕੇ ਦੱਸੇਗਾ, ਘੋੜੇ ਦਾ ਪਤਾ ਦੱਸੇਗਾ, ਉਹਨੂੰ ਮੂੰਹ ਮੰਗਿਆ ਇਨਾਮ ਦੇਵਾਂਗੇ। ਮੁਖ ਮੰਗਿਓ ਹਜ਼ਰਤ ਤੇ ਪਾਵੈ, ਜੋ ਵੀ ਉਹ ਇਨਾਮ ਮੰਗੇਗਾ ਬਾਦਸ਼ਾਹ ਸਲਾਮਤ ਦੇਣਗੇ। ਸਾਨੂੰ ਸਾਡੇ ਘੋੜੇ ਦੀ ਚੋਰੀ ਦਾ ਪਤਾ ਦੇਣ ਵਾਲੇ ਨੂੰ ਅਸੀਂ ਬਹੁਤ ਇਨਾਮ ਦੇਵਾਂਗੇ। ਜੋ ਚਾਹੇ ਕਾਰਜ ਬਣਵਾਵੈ, ਜਿਹੜਾ ਵੀ ਕੰਮ ਕੋਈ ਬਣਵਾਉਣਾ, ਬਾਦਸ਼ਾਹ ਕੋਲੋਂ ਕੋਈ ਕੰਮ ਕਰਾਉਣਾ, ਬਾਦਸ਼ਾਹ ਉਹੀ ਕੰਮ ਕਰ ਦੇਵੇਗਾ ਜੇ ਕੋਈ ਬਾਦਸ਼ਾਹ ਦੇ ਘੋੜੇ ਦੀ ਦੱਸ ਪਾ ਦੇਵੇ। ਵਿਧੀ ਚੰਦ ਬੂਝੇ ਸਿੱਖ ਤਹਾ, ਬਾਬਾ ਵਿਧੀ ਚੰਦ ਜੀ ਨੇ ਉਹਨਾਂ ਸਿੱਖਾਂ ਨੂੰ ਪੁੱਛਿਆ ਜਿਹੜੇ ਗੁਰਦੁਆਰੇ ਵਿੱਚ ਸ਼ਾਮ ਨੂੰ ਰਹਿਰਾਸ ਦਾ ਪਾਠ ਸੁਣਨ ਆਏ ਸਨ, ਨਿਤਨੇਮ ਕਰਕੇ ਤੇ ਆਪਣੇ ਘਰਾਂ ਨੂੰ ਜਾਣ ਲੱਗੇ ਸਨ। ਉਹਨਾਂ ਨੂੰ ਬਾਬਾ ਵਿਧੀ ਚੰਦ ਜੀ ਪੁੱਛਦੇ ਹਨ, ਇਹ ਕਿਆ ਬੋਲਤ ਉੱਚੇ ਮਹਾ। ਭਾਈ ਵਿਧੀ ਚੰਦ ਜੀ ਪੁੱਛਦੇ ਨੇ ਕਿ ਆਹ ਜਿਹੜੀ ਆਵਾਜ਼ ਦਿੱਤੀ ਜਾ ਰਹੀ ਹੈ, ਜਿਹੜਾ ਢੰਡੋਰਾ ਪਿੱਟਿਆ ਜਾ ਰਿਹਾ ਹੈ, ਡੌਂਡੀ ਪਿੱਟੀ ਜਾ ਰਹੀ ਹੈ, ਕੀ ਬੋਲਦੇ ਪਏ ਨੇ? ਤਿਨਹੋ ਸਰਬ ਬਿਰਤਾਂਤ ਸੁਣਾਇਓ, ਲਾਹੌਰੀ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸ਼ਾਹ ਤੁਰੰਗਮ ਕਿਸੇ ਚੁਰਾਇਓ। ਭਾਈ ਸਾਹਿਬ ਜੀ, ਕੁਝ ਦਿਨ ਪਹਿਲਾਂ ਦੀ ਗੱਲ ਹੈ, ਬਾਦਸ਼ਾਹ ਦਾ ਕਿਸੇ ਨੇ ਘੋੜਾ ਕੱਢ ਲਿਆ। ਕੋਈ ਚੋਰ ਆਇਆ ਤੇ ਬਾਦਸ਼ਾਹ ਦਾ ਘੋੜਾ ਲੈ ਗਿਆ। 7 ਦਿਵਸ ਬੀਤੇ ਹੈ ਗਏ, ਘੋੜੇ ਗਏ ਨੂੰ, ਘੋੜੇ ਚੋਰੀ ਹੋਏ ਨੂੰ 7 ਦਿਨ ਹੋ ਗਏ ਨੇ। ਦਿਨ 4 ਕੋ ਇਹੋ ਕਹਿਤ ਸੁਣਾਏ, ਤੇ ਉਸ ਤੋਂ 4 ਦਿਨ ਹੋ ਗਏ ਨੇ। ਇਹ ਵੀ ਰੌਲਾ ਪਿਆ ਹੋਇਆ। 7 ਦਿਨ ਪਹਿਲਾਂ ਘੋੜਾ ਗਿਆ ਤੇ 4 ਦਿਨ ਦਾ ਇਹ ਡੌਂਡੀ ਪਿੱਟੀ ਜਾਂਦੇ ਨੇ। ਇੱਕੋ ਹੀ ਗੱਲ ਕਹਿੰਦੇ ਵੀ ਬਾਦਸ਼ਾਹ ਦਾ ਘੋੜਾ ਗੁੰਮ ਗਿਆ, ਬਈ ਚੋਰੀ ਹੋ ਗਿਆ। ਜਿਹੜਾ ਸ਼ਹਿਨਸ਼ਾਹ ਦੇ ਘੋੜੇ ਦੀ ਦੱਸ ਪਾਏਗਾ, ਜਿਹੜਾ ਸ਼ਹਿਨਸ਼ਾਹ ਦੇ ਘੋੜੇ ਬਾਰੇ ਸਾਨੂੰ ਪੂਰੀ ਇਨਫੋਰਮੇਸ਼ਨ ਦੇਵੇਗਾ, ਅਸੀਂ ਉਹਨੂੰ ਮੂੰਹ ਮੰਗਿਆ ਇਨਾਮ ਦੇਵਾਂਗੇ। ਇਹ ਡੌਂਡੀ ਪਿੱਟਦੇ ਫਿਰਦੇ ਨੇ। ਹੁਣ ਇਹ ਬਾਦਸ਼ਾਹ ਦੇ ਕਰਮਚਾਰੀ ਖੋਜ ਨਾ ਪਾਏ, ਹਾਰ ਸਭ ਰਹੇ। ਪਰ ਬੜੀ ਖੋਜ ਕਰ ਕਰਕੇ ਵੀ, ਜ਼ੋਰ ਲਾ ਕੇ ਵੀ, ਅਜੇ ਤੱਕ ਇਹਨਾਂ ਨੂੰ ਪਤਾ ਨਹੀਂ ਲੱਗਾ ਵੀ ਘੋੜਾ ਕਿੱਧਰ ਗਿਆ ਹੈ। ਪਿੱਛੇ ਡਿੰਡਬ ਦੇ ਇਮ ਕਹੇ, ਇਸ ਕਰਕੇ ਹੁਣ ਇਹ ਢੰਡੋਰਾ ਪਿੱਟਦੇ ਨੇ, ਰੌਲਾ ਪਾਉਂਦੇ ਨੇ ਵੀ ਸ਼ਾਇਦ ਕਿਸੇ ਬੰਦੇ ਨੂੰ ਪਤਾ ਹੋਵੇ, ਘੋੜੇ ਦੀ ਕੋਈ ਦੱਸ ਪਾ ਦਵੇ। ਮੁਖ ਮੰਗਿਓ ਹਜ਼ਰਤ ਤੇ ਲਿਹੇ, ਕਹਿੰਦੇ ਮੂੰਹ ਮੰਗਿਆ ਬਾਦਸ਼ਾਹ ਕੋਲੋਂ ਇਨਾਮ ਮਿਲੇਗਾ ਜਿਹੜਾ ਕੋਈ ਘੋੜੇ ਬਾਰੇ ਦੱਸੇਗਾ। ਜੋ ਨਰ ਖੋਜ ਤੁਰੰਗਮ ਦੇਹ, ਜਿਹੜਾ ਬੰਦਾ ਘੋੜੇ ਦੀ ਦੱਸ ਪਾਏਗਾ, ਘੋੜੇ ਦੀ ਖੋਜ ਕੱਢੇਗਾ, ਉਹਨੂੰ ਸ਼ਹਿਨਸ਼ਾਹ ਸ਼ਾਹਜਹਾਨ ਬਾਦਸ਼ਾਹ ਮੂੰਹ ਮੰਗਿਆ ਇਨਾਮ ਦੇਣਗੇ। ਸੁਣ ਵਿਧੀ ਆ ਬਹੁ ਭਾਂਤ ਵਿਚਾਰ। ਸਿੱਖਾਂ ਕੋਲੋਂ ਗੱਲ ਸਾਰੀ ਸੁਣ ਲਈ। ਬਾਬਾ ਵਿਧੀ ਚੰਦ ਜੀ ਸਮਝ ਗਏ ਵੀ ਇਹ ਹੁਣ ਕਿੱਦਾਂ ਦਾ ਪੈਂਤੜਾ ਖੇਡਾਂਗੇ ਤੇ ਗੱਲ ਬਣੇਗੀ। ਸਾਰੀਆਂ ਗੱਲਾਂ ਨੂੰ, ਸਾਰੇ ਪੱਖਾਂ ਨੂੰ ਆਪਣੇ ਮਨ ਵਿੱਚ ਵਿਚਾਰਦੇ ਨੇ। ਕੌਣ ਦਾਵਤੇ ਦੁਤੀ ਨਿਕਾਰ, ਕਿਹੜਾ ਦਾ ਖੇਡੀਏ ਵੀ ਦੂਜਾ ਘੋੜਾ ਵੀ ਲੈ ਚੱਲੀਏ। ਪੂਰਬ ਸਮ ਅਬ ਰਹਿਓ ਨਾ ਜਾਈ। ਪਹਿਲਾਂ ਤੇ ਮੈਂ ਕਸੇਰਾ ਬਣ ਕੇ, ਘਾਈ ਬਣ ਕੇ ਘੋੜਾ ਲੈਣ ਵਾਸਤੇ ਕਿਲੇ 'ਚ ਨੌਕਰ ਰਿਹਾ ਹਾਂ। ਹੁਣ ਉਸ ਤਰ੍ਹਾਂ ਹੋ ਨਹੀਂ ਸਕਣਾ। ਹੁਣ ਜੇ ਮੈਂ ਜਾਵਾਂਗਾ ਵੀ ਮੈਂ ਦੁਬਾਰਾ ਨੌਕਰੀ ਕਰਨ ਆਇਆ, ਉਹਨਾਂ ਨੇ ਫੜ ਲੈਣਾ, ਪਛਾਣ ਹੋ ਜਾਣੀ ਹੈ ਮੇਰੀ। ਜੇ ਮੇਰੀ ਪਛਾਣ ਹੋ ਗਈ ਤੇ ਫਿਰ ਮੈਂ ਆਪਣੇ ਕੰਮ ਵਿੱਚ, ਜਿਹੜੇ ਕੰਮ ਲਈ ਮੈਂ ਆਇਆ, ਉਹ ਸਫਲ ਨਹੀਂ ਹੋਵਾਂਗਾ। ਕਿਮ ਕਮ ਨੋ ਬਾਜ਼ੀ ਇਸ ਥਾਈ, ਘੋੜਾ ਇੱਥੇ ਹੈ, ਕਿਲੇ ਦੇ ਵਿੱਚ ਹੈ, ਇਹਨੂੰ ਕਿਵੇਂ ਲੈ ਕੇ ਜਾਵਾਂ? ਨਿਸਮੈ ਨਹੀਂ ਪ੍ਰਵੇਸ਼ਨ ਪਾਵਾਂ। ਰਾਤ ਦੇ ਸਮੇਂ ਜੇ ਮੈਂ ਜਾਵਾਂ ਵੀ ਕਿਲੇ ਦੇ ਅੰਦਰ ਇਕੱਲਾ ਵੜ ਜਾਵਾਂ ਚੋਰੀ ਕਰਨ ਲਈ, ਉਹ ਵੀ ਔਖਾ ਹੈ। ਰਾਤ ਨੂੰ ਦਰਵਾਜ਼ੇ ਕਿਲੇ ਦੇ ਬੰਦ ਹੁੰਦੇ ਨੇ। ਬੰਦ ਦਰਵਾਜ਼ਿਆਂ ਵਿੱਚ ਵੜਨਾ ਬਹੁਤ ਮੁਸ਼ਕਲ ਹੋਵੇਗਾ। ਜਿਮ ਕਿਮ ਬਰੋ ਨਾ ਪੁੰਨ ਨਿਕਸਾਵੋ, ਜੇ ਮੈਂ ਔਖਾ ਸੌਖਾ ਹੋ ਕੇ ਕਿਲੇ 'ਚ ਵੜ ਵੀ ਗਿਆ
ਤੇ ਜਿਉਂਦਾ ਬਾਹਰ ਨਹੀਂ ਨਿਕਲ ਸਕਾਂਗਾ। ਪਹਿਲੀ ਗੱਲ ਹੈ ਵੀ ਕਿਲੇ 'ਚ ਵੜਨਾ ਔਖਾ ਹੈ, ਜੇ ਮੈਂ ਵੜ ਗਿਆ ਤੇ ਫਿਰ ਨਿਕਲਣਾ ਔਖਾ ਹੈ। ਸਾਵਧਾਨ ਹੈ ਸੁਭਾਟ ਹਜ਼ਾਰੋਂ, ਕਿਉਂਕਿ ਹਜ਼ਾਰਾਂ ਹੀ ਸੂਰਮੇ, ਹਜ਼ਾਰਾਂ ਹੀ ਯੋਧੇ, ਸ਼ਸਤਰ ਧਾਰੀ ਤਿਆਰ ਬਰ ਤਿਆਰ ਹੋ ਕੇ ਹੁਣ ਪਹਿਰਾ ਦੇ ਰਹੇ ਨੇ ਕਿਲੇ ਵਿੱਚ। ਅੱਗੇ ਵੀ ਬੜੀ ਚੌਕਸੀ ਸੀ, ਪਰ ਹੁਣ ਤਾਂ ਘੋੜੇ ਦੇ ਜਾਣ ਕਰਕੇ ਕਿਲੇ 'ਚ ਦੁੱਗਣੀ ਚੌਗਣੀ ਸਾਵਧਾਨੀ ਹੈ। ਹੁਣ ਤਾਂ ਚਿੜੀ ਵੀ ਪਰ ਨਹੀਂ ਮਾਰ ਸਕਦੀ। ਅਟਕਾਵ ਹੈ ਕਿ ਤਕ ਤਬ ਮਾਰੋ, ਜੇ ਮੈਂ ਉਹਨਾਂ ਦੇ ਨਾਲ ਲੜਾਈ ਕਰਾਂਗਾ ਕਿੰਨਿਆਂ ਕੁ ਨੂੰ ਮਾਰ ਲਾਂਗਾ। ਜੇ ਉਹ ਹਜ਼ਾਰਾਂ ਬੰਦੇ ਉਹਨਾਂ ਦੇ ਸਾਹਮਣੇ ਮੈਂ ਤਲਵਾਰ ਲੈ ਕੇ ਹਥਿਆਰ ਲੈ ਕੇ ਲੜਾਂਗਾ ਤਾਂ ਵੀ ਕਿ 2 ਮਾਰ ਲਾਂਗਾ, 4 ਮਾਰ ਲਾਂਗਾ, 10 ਵੀ ਮੈਂ ਮਾਰ ਲਏ ਫਿਰ ਵੀ ਮੈਂ ਕਾਮਯਾਬ ਨਹੀਂ ਹੋਵਾਂਗਾ। ਨਹੀਂ ਜਾਣਦਾ ਹੈ ਇਸ ਰੀਤ, ਜਿਹੜੇ ਕੰਮ ਲਈ ਮੈਂ ਆਇਆ ਘੋੜਾ ਲੈ ਕੇ ਸਹੀ ਸਲਾਮਤ ਗੁਰੂ ਸਾਹਿਬ ਕੋਲ ਪਹੁੰਚਾਉਣਾ, ਕਿਸੇ ਤਰੀਕੇ ਨਾਲ ਵੀ ਉਹ ਨਜ਼ਰ ਨਹੀਂ ਆਉਂਦਾ। ਜੇ ਮੈਂ ਧੱਕਾ ਕਰਾਂ, ਜ਼ੋਰ ਅਜਮਾਈ ਕਰਾਂ ਜਾਂ ਚੋਰੀ ਵਿੱਚ ਕਿਲੇ ਦੇ ਵੜਨਾ ਚਾਹਾਂ, ਨਹੀਂ ਵੜ ਸਕਦਾ। ਫਕਰੇ ਪਰ ਹੈ ਗਰੇ ਵਿਪਰੀਤ, ਜੇ ਫੜਿਆ ਗਿਆ ਤੇ ਹੋਰ ਔਖੀ ਹੋ ਜਾਣੀ ਹੈ। ਗੁਰੂ ਮਹਾਰਾਜ ਦਾ ਨਾਮ ਆ ਜਾਣਾ ਵੀ ਗੁਰੂ ਮਹਾਰਾਜ ਦੇ ਬੰਦੇ ਇਦਾਂ ਦੇ ਕੰਮ ਕਰਦੇ ਆ, ਇਹ ਫਿਰ ਚੋਰੀ ਦਾ ਇਲਜ਼ਾਮ ਲਾਉਣਗੇ, ਮੇਰੀ ਬਦਨਾਮੀ ਹੋਵੇਗੀ। ਸੋ ਬਲ ਮਤ ਉਪਾਏ ਹੋਏ ਰੂਰਾ, ਇਹ ਕੰਮ ਧੱਕੇ ਨਾਲ ਹੋਣ ਵਾਲਾ ਨਹੀਂ, ਇਹ ਕੰਮ ਬੁੱਧੀ ਨਾਲ ਹੋਣ ਵਾਲਾ। ਜਿਵੇਂ ਪਹਿਲਾਂ ਬੁੱਧੀ ਦੇ ਬਲ ਨਾਲ ਕਾਰਜ ਫਤਿਹ ਕੀਤਾ, ਇਹ ਵੀ ਕਰਾਂਗੇ। ਜਿਸ ਤੇ ਕਾਜ ਲੇਹ ਕਰ ਪੂਰਾ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਆਪ ਹੀ ਕਿਰਪਾ ਕਰਨਗੇ, ਉਹਨਾਂ ਦੀ ਕਿਰਪਾ ਨਾਲ ਇਹ ਕਾਰਜ ਬੁੱਧੀ ਦੇ ਬਲ ਨਾਲ ਪੂਰਾ ਕਰਾਂਗੇ। ਵਿਗੜ ਜਾਏ ਕਾਰਜ ਮੈਂ ਮਰੂੰ, ਜੇ ਕੰਮ ਵਿਗੜ ਗਿਆ ਤੇ ਫਿਰ ਕੋਈ ਫਾਇਦਾ ਕੋਈ ਨਹੀਂ ਇੱਥੇ ਆਉਣ ਦਾ। ਮੈਂ ਸ਼ਹੀਦ ਵੀ ਹੋ ਗਿਆ ਤੇ ਗੁਰੂ ਘਰ ਦਾ ਕੰਮ ਪੂਰਾ ਨਾ ਹੋਇਆ, ਮੇਰੀ ਸ਼ਹੀਦੀ ਦਾ ਵੀ ਕੋਈ ਫਾਇਦਾ ਨਹੀਂ। ਗੁਰ ਅਪਵਾਦ ਜਗਤ ਮੈਂ ਕਰੂੰ, ਗੁਰੂ ਦਾ ਅਪਵਾਦ ਹੋਵੇਗਾ, ਗੁਰੂ ਦੀ ਨਿੰਦਾ ਹੋਵੇਗੀ। ਕਹਿਣਗੇ ਗੁਰੂ ਦੇ ਬੰਦੇ ਕਿਲੇ 'ਚ ਚੋਰੀਆਂ ਕਰਨ ਆਏ ਮਾਰੇ ਗਏ, ਕੰਮ ਵੀ ਨਾ ਹੋਵੇ ਤੇ ਜਾਨ ਵੀ ਚਲੀ ਜਾਵੇ ਤੇ ਬਦਨਾਮੀ ਵੀ ਹੋ ਜਾਏ, ਇਹ ਨਹੀਂ ਚਾਹੀਦਾ। ਹਾਂਜੀ, ਜਾਂ ਤੇ ਨੀਕੇ ਬਨੈ ਵਿਚਾਰਨ, ਇਸ ਕਰਕੇ ਸਭ ਕਾਜ ਕੇ ਆਦ ਵਿਚਾਰ ਭਲੋ ਪੁਰਖੋਤਮ ਲੱਛਣ ਇਹ ਉਚਰੇ। ਕੋਈ ਵੀ ਕੰਮ ਕਰਨਾ ਪਹਿਲਾਂ ਉਹਦੀ ਵਿਚਾਰ ਕਰੋ, ਇਹਦਾ ਵਾਧਾ ਘਾਟਾ ਨਫਾ ਨੁਕਸਾਨ ਕੀ ਹੋਵੇਗਾ, ਚੰਗੀ ਤਰ੍ਹਾਂ ਵਿਚਾਰ ਲਈਏ। ਕਰੋ ਤੋ ਰੰਗ ਸਖੈਨ ਕਾਰਨ, ਕਹਿੰਦੇ ਸੌਖਾ ਹੀ ਕਿਲੇ 'ਚੋਂ ਘੋੜਾ ਨਿਕਲ ਵੀ ਜਾਵੇ ਤੇ ਨੁਕਸਾਨ ਵੀ ਕੋਈ ਨਾ ਹੋਵੇ। ਪਲਟੋਂ ਭੇਸ ਪਛਾਨੈ ਨਹੀਂ, ਹੁਣ ਮੈਨੂੰ ਭੇਸ ਬਦਲਣਾ ਪੈਣਾ, ਇਹੋ ਜਿਹਾ ਭੇਸ ਬਣਾ ਕੇ ਜਾਵਾਂ ਵੀ ਮੈਨੂੰ ਕੋਈ ਪਛਾਣ ਨਾ ਸਕੇ। ਬੁੱਧ ਬਲ ਕਰ ਮਿਲ ਤੁਰਕਨ ਮਾਹੀ, ਆਪਣੀ ਬੁੱਧੀ ਦੇ ਬਲ ਨਾਲ, ਆਪਣੀ ਚਤਰਾਈ ਦੇ ਨਾਲ ਹੁਣ ਦੁਸ਼ਮਣ ਨੂੰ ਦਿਨੇ ਤਾਰੇ ਦਿਖਾਣੇ ਪੈਣੇ ਆ। ਅਬ ਖੋਜੀ ਕੀ ਚਾਹੇ ਕਨੇਰੋ, ਹੁਣ ਇਹਨਾਂ ਨੂੰ ਬਾਦਸ਼ਾਹ ਦੇ ਬੰਦਿਆਂ ਨੂੰ ਅਤੇ ਬਾਦਸ਼ਾਹ ਨੂੰ ਖੋਜੀ ਦੀ ਇੱਛਾ ਹੈ ਵੀ ਕੋਈ ਚੰਗਾ ਖੋਜੀ ਲੱਭ ਜਾਵੇ, ਕੋਈ ਚੰਗਾ ਰਮਲ ਵਿਦਿਆ ਵਾਲਾ ਕੋਈ ਜੋਤਸ਼ੀ ਮਿਲ ਜਾਵੇ, ਉਹ ਇਹਨਾਂ ਨੂੰ ਪਤਾ ਦਵੇ ਘੋੜਾ ਕਿੱਥੇ ਹੈ। ਹੁਣ ਇਹ ਸਾਰੇ ਘੋੜੇ ਦਾ ਪਤਾ ਲਾਉਣ ਲਈ ਤਰਲੋ ਮੱਛੀ ਹੋਏ ਫਿਰਦੇ ਹਨ। ਰੋਜ਼ ਪੁਕਾਰ ਤੇ ਕਰਤੇ ਫੇਰੋ, ਤੇ ਰੋਜ਼ ਇਹ ਪੁਕਾਰਾਂ ਕਰਦੇ ਫਿਰਦੇ ਨੇ, ਡੋਂਡੀਆਂ ਪਿੱਟਦੇ ਫਿਰਦੇ ਨੇ। ਸੋ ਸਰੂਪ ਤਰ ਪਹੁੰਚੋ ਜਾਈ, ਹੁਣ ਮੈਂ ਰਮਲੀਆਂ ਵਾਲਾ ਜੋਤਸ਼ੀਆਂ ਵਾਲਾ ਭੇਸ ਬਣਾ ਕੇ ਜਾਵਾਂ ਤੇ ਗੱਲ ਬਣੇਗੀ। ਵਿਖੋ ਸ਼ਾਹ ਹੈ ਕੋ ਨਿਕਸਾਈ, ਤੇ ਬਾਦਸ਼ਾਹ ਦਾ ਘੋੜਾ ਕੱਢ ਕੇ ਲੈ ਜਾਵਾਂ। ਇਮ ਨਿਸ਼ਚੈ ਕਰ ਸੁਪਤਿਓ ਰਾਤੀ, ਇਸ ਤਰ੍ਹਾਂ ਨਿਸ਼ਚੈ ਕਰਕੇ ਰਾਤ ਨੂੰ ਬਾਬਾ ਬਿਧੀ ਚੰਦ ਜੀ ਸੌਂ ਗਏ। ਸਤਿਗੁਰ ਸਿਮਰਤ ਜਾਗਿਓ ਪ੍ਰਾਤੀ, ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦੀ ਉੱਠਣ ਦਾ ਨਿਯਮ ਸੀਗਾ। ਗੁਰੂ ਗੁਰੂ ਜਪਦੇ ਬਾਬਾ ਜੀ ਉੱਠੇ ਹਨ। ਸਰਤਾ ਕੂਲ ਦੂਰ ਹੀ ਜਾਏ, ਰਾਵੀ ਦੇ ਕੰਢੇ ਦੂਰ ਜਾ ਕੇ ਸੋਚ ਇਸ਼ਨਾਨ ਕੀਨ ਮਨ ਪਾਏ, ਆਪਣੀ ਸੋਚ ਇਸ਼ਨਾਨ ਦੀ ਕਿਰਿਆ ਅੰਮ੍ਰਿਤ ਵੇਲੇ ਦੀ ਕੀਤੀ ਹੈ। ਢਰੇ ਦੁਪਹਿਰੇ ਪੁਰ ਕੋ ਮਰਿਓ, ਔਰ ਸਾਧ ਸੰਗਤ ਜੀ ਢਰੇ ਦੁਪਹਿਰੇ ਪੁਰ ਕੋ ਮੁਰਿਓ। ਬਾਬਾ ਜੀ ਦੁਪਹਿਰੇ ਢਲੇ ਦੇ ਸ਼ਹਿਰ ਵੱਲ ਆਏ ਹਨ। ਦਾਵ ਆਪ ਕੋ ਨਿਸ਼ਚੈ ਕਰਿਓ, ਸਾਰਾ ਦਿਨ ਰਾਵੀ ਦੇ ਕੰਢੇ ਬੈਠੇ ਰਹੇ, 5-6 ਘੰਟੇ ਉੱਥੇ ਇਸ਼ਨਾਨ ਕੀਤਾ, ਉੱਥੇ ਹੀ ਜਪ ਨਿਮਰ ਸਿਮਰਨ ਕੀਤਾ ਤੇ ਆਪਣੀ ਜਿਹੜੀ ਸਕੀਮ ਹੈ ਉਹ ਸੋਚੀ ਵੀ ਕਿੱਦਾਂ ਹੋ ਸਕਦਾ ਕੰਮ। ਸਾਰਾ ਮਨ ਵਿੱਚ ਪੂਰਾ ਨਕਸ਼ਾ ਬਣਾ ਕੇ ਤਰਕੀਬ ਸੋਚ ਕੇ ਵਾਪਸ ਆਏ ਨੇ ਸ਼ਹਿਰ ਵੱਲ ਬਾਬਾ ਜੀ। ਖੱਤਰੀ ਸਿੱਖ ਬਹੋੜਾ ਨਾਮੂ, ਲਾਹੌਰ ਵਿੱਚ ਇੱਕ ਖੱਤਰੀ ਸੀਗਾ ਜਿਹਦਾ ਨਾਮ ਸੀ ਭਾਈ ਬਹੋੜਾ। ਬਹੋੜਾ ਨਾਮ ਦਾ ਸਿੱਖ ਖੱਤਰੀ ਜਾਤ ਦਾ ਲਾਹੌਰ ਦੇ ਵਿੱਚ ਬਜਾਜੀ ਦਾ ਕੰਮ ਕਰਦਾ ਸੀ। ਕਰਹਿ ਬਜਾਜੀ ਕੋ ਬਹੁ ਕਾਮੂ, ਇਹ ਬਜਾਜ ਸੀ ਵੱਡਾ। ਬਜਾਜ ਦਾ ਮਤਲਬ ਹੈ ਕੱਪੜੇ ਦੀ ਦੁਕਾਨ ਕਰਨ ਵਾਲਾ। ਕੱਪੜੇ ਦੇ ਕੰਮ ਨੂੰ ਬਜਾਜੀ ਦਾ ਕੰਮ ਕਹਿੰਦੇ। ਆਪਾਂ ਜਾਣਦੇ ਹੀ ਆ ਪੰਜਾਬ ਦੇ ਵਿੱਚ ਉਰਦੂ ਭਾਸ਼ਾ ਵਿੱਚ, ਹਿੰਦੀ ਭਾਸ਼ਾ ਵਿੱਚ, ਪੰਜਾਬੀ ਭਾਸ਼ਾ 'ਚ ਬਜਾਜੀ ਦਾ ਕੰਮ ਕਹਿੰਦੇ। ਕੱਪੜੇ ਦੇ ਕੰਮ, ਜਿਹੜੇ ਕੱਪੜਾ ਵੇਚਦੇ ਨੇ, ਕੱਪੜੇ ਦੀਆਂ ਦੁਕਾਨਾਂ, ਉਹਨੂੰ ਬਜਾਜ ਕਹਿੰਦੇ ਨੇ। ਭਾਈ ਬਹੋੜਾ ਬਜਾਜ ਸੀਗਾ, ਕੱਪੜਾ ਵੇਚਦਾ ਸੀ, ਕੱਪੜੇ ਦਾ ਕੰਮ ਕਰਦਾ ਸੀ। ਤਿਸ ਕੇ ਸਦਨ ਪ੍ਰਵੇਸ਼ੋ ਜਾਏ, ਬਾਬਾ ਬਿਧੀ ਚੰਦ ਜੀ ਭਾਈ ਬਹੋੜੇ ਬਜਾਜ ਦੇ ਘਰ ਜਾ ਪਹੁੰਚੇ ਨੇ। ਦੇਖਤ ਉਠਿਓ ਭਾਉ ਅਧਿਕਾਏ, ਭਾਈ ਬਹੋੜੇ ਨੇ ਵੇਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਬਾਬਾ ਬਿਧੀ ਚੰਦ ਜੀ ਮੇਰੇ ਘਰ ਆ ਗਏ।
ਭਾਈ ਭੌੜੇ ਨੂੰ ਬੜੀ ਸ਼ਰਧਾ, ਬੜੀ ਖੁਸ਼ੀ ਹੋਈ। ਉੱਠ ਕੇ ਮੱਥਾ ਟੇਕਿਆ। ਕਰੀ ਪਰਸਪਰ ਬੰਧਨ ਦਊ। ਭਾਈ ਭੌੜੇ ਨੇ ਬਾਬਾ ਬਿਧੀ ਚੰਦ ਦੇ ਚਰਨਾਂ ਤੇ ਨਮਸਕਾਰ ਕੀਤੀ। ਜੀ ਆਇਆਂ ਨੂੰ ਭਾਈ ਸਾਹਿਬ, ਜੀ ਆਇਆਂ ਨੂੰ। ਮੱਥਾ ਟੇਕ ਕੇ ਤੇ ਭਾਈ ਸਾਹਿਬ ਨੇ ਵੀ ਉਹਨਾਂ ਨੂੰ ਬੜੇ ਪਿਆਰ ਨਾਲ ਨਮਸਕਾਰ ਕੀਤੀ। ਇੱਕ ਦੂਜੀ ਨੂੰ ਗੁਰੂ ਕੇ ਸਿੱਖ ਮੱਥਾ ਟੇਕਿਆ ਕਰਦੇ ਸਨ। ਪੈਰੀ ਪੈ ਕੇ ਬੈਠ ਗਏ ਹਨ। ਹਿਰਦੈ ਆਨੰਦਿਤ ਖੱਤਰੀ ਸੋਊ। ਭੌੜਾ ਖੱਤਰੀ ਗੁਰੂ ਮਹਾਰਾਜ ਸਾਹਿਬ ਦੇ ਸਿੱਖ ਬਾਬਾ ਬਿਧੀ ਚੰਦ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੋਇਆ ਵੀ ਮੇਰੇ ਘਰ ਗੁਰੂ ਕਾ ਸਿੱਖ ਆ ਗਿਆ ਹੈ। ਗੁਰੂ ਮੁਸਾਹਿਬ ਤੂੰ ਮਤ ਭਾਰਾ। ਕਹਿਣ ਲੱਗਾ, ਧੰਨ ਭਾਈ ਬਿਧੀ ਚੰਦ ਜੀ, ਤੁਸੀਂ ਗੁਰੂ ਸਾਹਿਬ ਦੇ ਵੱਡੇ ਮੁਖੀ ਸਿੱਖ ਹੋ। ਪਾਵਨ ਕੀਨੋ ਸਦਨ ਹਮਾਰਾ। ਆਪ ਜੀ ਨੇ ਮੇਰੇ ਘਰ ਚਰਨ ਪਾ ਕੇ ਮੇਰਾ ਘਰ ਪਵਿੱਤਰ ਕਰ ਦਿੱਤਾ ਹੈ। ਜਿੱਥੇ ਮਹਾਂਪੁਰਸ਼ ਤੁਹਾਡੇ ਵਰਗੇ ਚਰਨ ਪਾ ਦਿੰਦੇ ਨੇ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ। ਸੋ ਤੁਸੀਂ ਮੇਰੇ ਘਰ ਆਏ ਹੋ, ਮੇਰਾ ਘਰ ਪਵਿੱਤਰ ਹੋ ਗਿਆ ਹੈ। ਰੁਚਰ ਪ੍ਰਿਯੰਕਟ ਸਾਵਨ ਕੀਨਾ। ਬਾਬਾ ਬਿਧੀ ਚੰਦ ਜੀ ਦੇ ਵਾਸਤੇ ਭਾਈ ਭੌੜੇ ਨੇ ਸੋਹਣਾ ਪਲੰਗ ਢਾ ਕੇ ਦਿੱਤਾ ਹੈ। ਤਹ ਬਿਠਾਏ ਬਹੁ ਆਦਰ ਕੀਨਾ। ਪਰ ਪਲੰਗ ਤੇ ਬਿਠਾ ਕੇ ਬੜਾ ਆਦਰ ਸਤਿਕਾਰ ਕੀਤਾ ਹੈ। ਦੰਪਤ ਮਿਲ ਕਰ ਪਾਏ ਪਖਾਰੇ। ਪਤੀ ਪਤਨੀ ਨੇ, ਭਾਈ ਭੌੜੇ ਅਤੇ ਉਹਦੀ ਘਰ ਵਾਲੀ ਨੇ ਪਾਣੀ ਗਰਮ ਕਰਕੇ, ਕੋਸਾ ਪਾਣੀ ਕਰਕੇ ਬਾਬਾ ਜੀ ਦੇ ਚਰਨ ਧੋਏ ਹਨ। ਸੋ ਜਲ ਸੀਸ ਬਦਨ ਮਹਿਟ ਡਾਰੇ। ਪਰਾਤ ਦੇ ਵਿੱਚ ਪੈਰ ਧਰ ਕੇ ਨਾ ਬਾਬਾ ਜੀ ਦੇ ਧੋਏ ਹਨ, ਬੜੇ ਪਿਆਰ ਨਾਲ ਮਲ ਮਲ ਕੇ। ਤੇ ਪਾ ਮਲੋਵਾ ਮਲ ਮਲ ਧੋਵਾਂ, ਗੁਰਬਾਣੀ 'ਚ ਲਿਖਿਆ ਹੋਇਆ। ਸਾਧ ਸੰਗਤ ਜੀ, ਅੱਜ ਕੱਲ੍ਹ ਕੋਈ ਕਥਾ ਸੁਣੇ ਨਾ ਤੇ ਪਤਾ ਨਹੀਂ, ਕਹਿੰਦੇ ਵੀ ਪੈਰ ਧੋਣ ਦੀ ਕਿੱਥੇ ਲਿਖੀ ਹੈ ਜੀ ਮਰਿਆਦਾ। ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਪਾਵ ਮਲੋਵਾ ਮਲ ਮਲ ਧੋਵਾ ਇਹ ਮਨ ਤੈਨੂੰ ਦੇਸਾਂ। ਕਹਿੰਦੇ ਚਰਨ ਧੋ ਕੇ ਤੇ ਉਹ ਜਿਹੜਾ ਅੰਮ੍ਰਿਤ ਸੀ ਨਾ, ਚਰਨਾਮਤ, ਉਹ ਆਪਣੇ ਮੂੰਹ 'ਚ ਪਾਇਆ, ਅੱਖਾਂ 'ਚ ਪਾਇਆ, ਆਪਣੇ ਸੀਸ ਤੇ ਪਾਇਆ ਹੈ। ਸਗਲ ਸਦਨ ਕੋ ਸਿੰਚਨ ਕਰਕੇ। ਬਾਬਾ ਬਿਧੀ ਚੰਦ ਦੇ ਚਰਨਾਂ ਦਾ ਜਲ ਆਪਣੇ ਘਰ ਤੇ ਛੱਟਾ ਮਾਰਿਆ, ਕਿਉਂਕਿ ਗੁਰੂ ਕੇ ਸਿੱਖਾਂ ਦੇ ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਆਪਣੇ ਦੀਰਘ ਭਾਗ ਵਿਚਰ ਕੇ। ਆਪਣੇ ਵੱਡੇ ਭਾਗ ਜਾਣ ਕਰਕੇ ਭਾਈ ਭੌੜੇ ਨੇ ਸੇਵਾ ਕੀਤੀ ਹੈ। ਖਟ ਰਸ ਕੇ ਭੋਜਨ ਕਰਵਾਏ। ਔਰ ਮਿੱਠਾ, ਖੱਟਾ, ਤੁਰਸ, ਸਲੂਣੇ 6 ਪ੍ਰਕਾਰ ਦੇ ਜਿਹੜੇ ਰਸ ਹਨ ਉਹਨਾਂ ਦੇ ਅਨੁਸਾਰ ਵਧੀਆ ਭੋਜਨ ਤਿਆਰ ਕਰ ਕਰਕੇ ਛਕਾਏ ਹਨ। ਸਨਮਾਨਿਤ ਧਾਰੋ ਭਾਉ ਅਚਾਏ। ਬੜੇ ਪ੍ਰੇਮ ਨਾਲ ਛਕੋ ਜੀ, ਲਵੋ ਜੀ। ਇਦਾਂ ਕਹਿ ਕੇ ਪ੍ਰਸ਼ਾਦਾ ਛਕਾਉਣਾ ਵੀ ਸਾਧ ਸੰਗਤ ਜੀ ਇੱਕ ਤਰੀਕਾ ਹੁੰਦਾ। ਪਹਿਲਾਂ ਪ੍ਰਸ਼ਾਦਾ ਬਣਾਉਣ ਦਾ ਤਰੀਕਾ ਹੁੰਦਾ, ਫਿਰ ਹੱਥ ਕਿਵੇਂ ਧੋਣੇ ਆ, ਫਿਰ ਸਨਮਾਨ ਨਾਲ ਛਕਾਉਣਾ ਕਿਵੇਂ। ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ ਹੈ। ਤ੍ਰਿਪਤ ਹੋਏ ਕਰ ਪਾਨ ਪਖਾਰੇ। ਫਿਰ ਪ੍ਰਸੰਨ ਹੋ ਕੇ ਹੱਥ ਧੋਏ ਨੇ ਭਾਈ ਬਿਧੀ ਚੰਦ ਜੀ ਨੇ। ਬਹੁਰ ਪਹੋੜਾ ਬਿਨੈ ਉਚਾਰੇ। ਜਦੋਂ ਪ੍ਰਸ਼ਾਦਾ ਛਕਾ ਲਿਆ, ਰਾਤ ਦਾ ਟਾਈਮ ਹੋ ਗਿਆ, ਭਾਈ ਭੌੜਾ ਖੱਤਰੀ ਹੱਥ ਜੋੜ ਕੇ ਬਾਬਾ ਬਿਧੀ ਚੰਦ ਨੂੰ ਕਹਿਣ ਲੱਗਾ, ਮਾਮਲਾ ਇੱਕ ਜੋ ਸੇਵਾ ਹੋਏ। ਭਾਈ ਸਾਹਿਬ ਜੀ, ਤੁਸੀਂ ਗੁਰੂ ਮਹਾਰਾਜ ਦੇ ਮੁਖੀ ਸਿੱਖ ਹੋ, ਬੜੀ ਕਿਰਪਾ ਕੀਤੀ, ਦਾਸ ਦੇ ਘਰ ਚਰਨ ਪਾਏ ਨੇ। ਮੇਰੇ ਲਾਇਕ ਕੋਈ ਸੇਵਾ ਹੋਵੇ ਤੇ ਮੈਨੂੰ ਦੱਸੋ, ਕਿਉਂਕਿ ਤੁਸੀਂ ਆਏ ਹੋ, ਕੋਈ ਨਾ ਕੋਈ ਸੇਵਾ ਜ਼ਰੂਰ ਹੋਵੇਗੀ ਤੇ ਮੈਨੂੰ ਉਹ ਸੇਵਾ ਦੱਸੋ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ। ਫਰਮਾਵੋ ਸਭ ਕਰਹੁ ਸੋਏ। ਜੋ ਤੁਸੀਂ ਸੇਵਾ ਫਰਮਾਓਗੇ ਮੈਂ ਉਹੀ ਕਰਾਂਗਾ। ਸੇਵਾ 'ਚ ਮੈਂ ਆਪਣੇ ਵੱਲੋਂ ਕਮੀ ਨਹੀਂ ਛੱਡਾਂਗਾ। ਤੁਸੀਂ ਮੈਨੂੰ ਹੁਕਮ ਲਾਓ, ਮੈਂ ਕੀ ਸੇਵਾ ਕਰਾਂ। ਗੁਰ ਸਮ ਤੁਮਰੀ ਟਹਿਲ ਪਛਾਨੋ। ਭਾਈ ਬਿਧੀ ਚੰਦ ਜੀ, ਤੁਸੀਂ ਗੁਰੂ ਕੇ ਸਿੱਖ ਹੋ ਤੇ ਮੇਰੇ ਵਾਸਤੇ ਗੁਰੂ ਦਾ ਰੂਪ ਹੋ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਦਾ। ਸਿੱਖਾਂ ਵਿੱਚ ਤੇ ਗੁਰੂ 'ਚ ਕੋਈ ਫਰਕ ਨਹੀਂ ਹੁੰਦਾ, ਸਾਡੀ ਦ੍ਰਿਸ਼ਟੀ 'ਚ ਫਰਕ ਜ਼ਰੂਰ ਹੁੰਦਾ। ਬਾਣੀ ਦੇ ਮੁਤਾਬਕ ਇੱਕੋ ਹੀ ਰੂਪ ਹੁੰਦਾ। ਗੁਰੂ ਸਿੱਖ, ਸਿੱਖ ਗੁਰੂ ਹੈ ਏਕੋ, ਗੁਰੂ ਉਪਦੇਸ਼ ਚਲਾਏ। ਸੋ ਮਹਾਰਾਜ ਸਾਹਿਬ ਜੀ ਦੇ ਸਿੱਖ ਤੁਸੀਂ, ਮੇਰੇ ਲਾਇਕ ਕੋਈ ਸੇਵਾ ਦੱਸੋ। ਅਦਿਕ ਸ਼੍ਰੇ ਮੈਂ ਆਪਣੀ ਜਾਨੋ। ਆਪ ਜੀ ਜੈਸੇ ਮਹਾਂਪੁਰਸ਼ਾਂ ਗੁਰਸਿੱਖਾਂ ਦੀ ਸੇਵਾ ਕਰਕੇ ਮੈਂ ਆਪਣਾ ਕਲਿਆਣ ਸਮਝਦਾ ਹਾਂ। ਕਹਿਤ ਨਾ ਸੁਖ ਚੋ ਚਹੀਆ ਲੇਹੀ। ਸੰਕੋਚ ਨਾ ਕਰੋ, ਕਿਸੇ ਤਰ੍ਹਾਂ ਦਾ ਸ਼ੰਕਾ ਨਾ ਕਰੋ, ਜੋ ਚਾਹੀਦਾ ਮੂੰਹ ਤੋਂ ਫਰਮਾਓ, ਮੈਂ ਉਹੀ ਹਾਜ਼ਰ ਕਰ ਦਿਆਂਗਾ। ਤੂੰ ਪੂਰਨ ਸਿੱਖ ਗੁਰੂ ਸਨੇਹੀ। ਤੁਸੀਂ ਗੁਰੂ ਦੇ ਪਿਆਰ ਵਾਲੇ ਪੂਰਨ ਗੁਰਸਿੱਖ ਹੋ। ਬਿਧੀ ਚੰਦ ਪਿਖ ਭਾਉ ਬਖਾਨੀ। ਬਾਬਾ ਬਿਧੀ ਚੰਦ ਸਾਹਿਬ ਜੀ ਪ੍ਰੇਮ ਭਾਵਨਾ ਸ਼ਰਧਾ ਦੇਖ ਕੇ ਸ਼ੋ ਕੋਸ਼ਿਸ਼ ਇੱਕ ਹਿੰਦੁਸਤਾਨੀ। ਭਾਈ ਭੌੜੇ ਨੂੰ ਕਹਿਣ ਲੱਗੇ, ਦੇਖੋ ਭਾਈ ਭੌੜਾ ਜੀ, ਜੇ ਤੁਸੀਂ ਸੇਵਾ ਕਰਨੀ ਹੈ ਨਾ, ਸਾਨੂੰ ਵਧੀਆ ਇੱਕ ਪੁਸ਼ਾਕ ਚਾਹੀਦੀ ਹੈ। ਕਿਹੜੀ? ਜਿਹੜੀ ਪੂਰਬ ਦੇ ਵਿੱਚ, ਬੰਗਾਲ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਰਮਲੀ ਲੋਕ ਪਾਇਆ ਕਰਦੇ, ਜਿਹੜੇ ਜੋਤਿਸ਼ ਵਿਦਿਆ, ਰਮਲ ਵਿਦਿਆ ਜਾਣਦੇ ਆ, ਉਹਨਾਂ ਦਾ ਇੱਕ ਪਹਿਰਾਵਾ ਹੁੰਦਾ ਖਾਸ। ਉਹ ਲਿਬਾਸ ਮੈਂ ਬਣਵਾਉਣਾ ਹੈ। ਜੇ ਤੁਸੀਂ ਸੇਵਾ ਕਰ ਸਕਦੇ ਹੋ ਤਾਂ ਮੈਨੂੰ ਜੋਤਸ਼ੀਆਂ ਵਾਲਾ ਲਿਬਾਸ ਬਣਾ ਕੇ ਦਿਓ। ਸੋ ਬਣਵਾਏ ਦਿਓ ਅਬ ਮੋਹੀ। ਉਹ ਪੁਸ਼ਾਕ ਹਿੰਦੁਸਤਾਨੀ ਮੈਨੂੰ ਬਣਵਾ ਦਿਓ
ਕੱਪੜੇ ਦੀ ਸੇਵਾ ਤੁਸੀਂ ਕਰ ਦਿਓ ਤੇ ਬਣਵਾ ਵੀ ਦਿਓ। ਇਹੀ ਸੇਵ ਸ਼ੁਭ ਲਾਇਕ ਤੋਹੀ, ਇਹੀ ਸੇਵਾ ਤੇਰੇ ਲਾਇਕ ਹੈ, ਜੇ ਤੂੰ ਕਰਨੀ ਚਾਹੇ ਤੇ ਕਰ ਲੈ। ਗੁਰੂ ਘਰ ਦਾ ਕੰਮ ਜ਼ਰੂਰੀ ਹੈ, ਮੈਂ ਇਹ ਪੁਸ਼ਾਕ ਪਾਣੀ ਹੈ। ਸੁਨਤ ਬੰਦ ਕਰ ਪਨਹਿ ਬਹੋਰਾ, ਹੱਥ ਜੋੜ ਕੇ ਭਾਈ ਬੌੜਾ ਜੀ ਕਹਿਣ ਲੱਗੇ, ਮੈਂ ਬਨਵਾਏ ਦਿਓ ਹੋਏ ਭੋਰਾ। ਬਾਬਾ ਬਿਧੀ ਚੰਦ ਜੀ ਆ ਸਵੇਰ ਕੱਲ ਦਿਨ ਚੜ੍ਹ ਲੈਣ ਦਿਓ ਤੇ ਕੱਲ ਨੂੰ ਮੈਂ ਤੁਹਾਡੇ ਲਈ ਹਿੰਦੁਸਤਾਨੀ ਪੁਸ਼ਾਕ ਬਣਵਾ ਦਿਆਂਗਾ। ਪਰ ਕੈ ਸੁਪਤੇ ਨਿਸਾ ਬਿਤਾਈ, ਰਾਤ ਨੂੰ ਇਸ ਤਰ੍ਹਾਂ ਕਹਿ ਕੇ ਆਪਣੇ ਆਪਣੇ ਪਲੰਘਾਂ ਤੇ ਸੌਂ ਗਏ। ਰਾਤ ਬਤੀਤ ਕੀਤੀ ਹੈ। ਜਾਗੇ ਤਾਂ ਪ੍ਰਭਾਤ ਹੋਏ ਆਈ, ਜਦੋਂ ਸਵੇਰ ਹੋਈ ਤੜਕਾ ਹੋਇਆ, ਸਾਰੇ ਉੱਠੇ ਹਨ, ਜਾਗੇ ਹਨ। ਸਾਥ ਬਹੋੜੇ ਉੱਠ ਕਰ ਭਾਖਾ, ਭਾਈ ਬਹੋੜੇ ਨੂੰ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਸਵੇਰੇ ਉੱਠ ਕੇ, ਅਸ ਪੋਸ਼ਸ ਕੀ ਮੁਝ ਅਬਲਾਖਾ। ਦੇਖੋ ਭਾਈ ਬਹੋੜਾ ਜੀ, ਜਿਵੇਂ ਜਿਹਾ ਮੈਂ ਪੁਸ਼ਾਕਾਂ ਬਣਵਾਉਣਾ ਚਾਹੁੰਦਾ ਤੁਹਾਨੂੰ ਮੈਂ ਦੱਸ ਦੇਣਾ, ਤੁਸੀਂ ਉਸੇ ਤਰ੍ਹਾਂ ਦੇ ਕੱਪੜੇ ਜਿਵੇਂ ਜੇ ਮੈਂ ਕਹਾਂਗਾ ਮੈਨੂੰ ਤਿਆਰ ਕਰਕੇ ਦਿਓ। ਸੂਖਮ ਸੂਤ ਬਸਤਰ ਬਲ ਚੀਨੋ, ਇਹ ਕੱਪੜਾ ਜਿਹੜਾ ਉਹ ਕੱਪੜਾ ਬਰੀਕ ਹੋਣਾ ਚਾਹੀਦਾ, ਵਧੀਆ ਮਹਿੰਗਾ ਕੱਪੜਾ, ਮਾੜਾ ਧੋੜਾ ਕੱਪੜਾ ਨਹੀਂ ਚਾਹੀਦਾ। ਬਰੀਕ ਸੂਤਰ ਦਾ ਕੱਤਿਆ ਬਰੀਕ ਕੱਪੜਾ, ਮਰਮਲੀ ਕੱਪੜਾ, ਸੋਹਣਾ ਕੱਪੜਾ ਹੋਵੇ। ਤਿਸ ਕੇ ਕਰੋ ਪਿਰਾਹਨ ਤੀਨੋ, ਉਹਦੇ 3 ਕੁੜਤੇ ਬਣਵਾਣੇ ਆ, 3 ਚੋਲੇ ਬਣਵਾਣੇ ਹਨ। ਏਕ ਬਟੂ ਜਾਨੂ ਤੇ ਤਰੇ, ਇੱਕ ਤਾਂ ਬੜਾ ਲੰਮਾ ਬਣਾਉਣਾ, ਗੋਡਿਆਂ ਤੋਂ ਲੰਮਾ ਹੋਵੇ, ਮੇਰੇ ਗੋਡਿਆਂ ਤੋਂ ਵੀ ਅੱਧਾ ਕੁ ਫੁੱਟ ਥੱਲੇ ਨੂੰ ਹੋਵੇ ਚੋਲਾ, ਜਿਹੜਾ ਸਾਰਿਆਂ ਤੋਂ ਲੰਮਾ ਹੋਵੇ। ਦੁਤੀਆ ਛੋਟਾ ਤਿਸ ਤੇ ਤਕ ਤਰੇ, ਦੂਜਾ ਹੋਵੇ ਛੋਟਾ, ਉਹ ਗੋਡਿਆਂ ਤੋਂ ਉੱਚਾ ਹੋਵੇ। ਜਿਹੜਾ ਸਭ ਤੋਂ ਥੱਲੇ ਪਾਣਾ ਉਹ ਲੰਮਾ ਹੋਵੇ, ਉਹਦੇ ਉੱਤੇ ਫਿਰ ਦੂਸਰਾ ਜਿਹੜਾ ਕੁੜਤਾ ਪਾਣਾ ਉਹ ਉੱਚਾ ਹੋਵੇ, ਗੋਡਿਆਂ ਤੱਕ ਹੋਵੇ। ਤਿਸ ਤੇ ਛੋਟਾ ਤੀਸਰ ਹੋਏ, ਉਸ ਤੋਂ ਛੋਟਾ ਤੀਸਰਾ ਜਿਹੜਾ ਹੋਵੇ ਉਹ ਮੇਰੀ ਲੱਕ ਤੱਕ ਹੀ ਆਉਂਦਾ। ਜਿਵੇਂ ਆਪਾਂ ਵਾਸਕਟ ਜੀ ਕੁੜਤੀ ਜੀ ਪਾ ਲੈਂਦੇ ਨਾ, ਜੈਕਟ ਪਾ ਲੈਂਦੇ ਆ, ਵੀ ਇੰਨਾ ਕੁ ਹੋਵੇ ਵੀ ਲੱਕ ਤੱਕ ਜਾਵੇ, ਜਿੱਥੇ ਨਾਲਾ ਬੰਨੀ ਦਾ ਸਿਰਫ ਉੱਥੋਂ ਤੱਕ। ਦੂਜਾ ਚੋਲਾ ਜਾਵੇ ਗੋਡਿਆਂ ਤੱਕ, ਤੀਜਾ ਜਾਵੇ ਗੋਡਿਆਂ ਤੋਂ ਵੀ ਥੱਲੇ। ਇਸ ਤਰ੍ਹਾਂ ਦਾ ਚੋਲਾ 3 ਚੋਲੇ ਬਣਵਾ ਦਿਓ ਮੈਨੂੰ। ਪਾਇਨ ਹੇਤ ਪਜਾਮਾ ਜੋਏ, ਜਿਹੜਾ ਪੈਰਾਂ 'ਚ ਲੱਤਾਂ 'ਚ ਪਜਾਮਾ ਪਾਣਾ ਉਹ ਇਦਾਂ ਦਾ ਬਣਵਾ ਕੇ ਦਿਓ। ਗੁਲਫ ਲਗੇ ਹੋਵੇ ਬੜ ਚੌਰਾ, ਚੌੜਾ ਖੁੱਲੇ ਦਾ ਪਹੁੰਚਿਆਂ ਵਾਲਾ ਪਜਾਮਾ ਹੋਵੇ, ਜਿਹਨੂੰ ਗੁੱਛੇ ਲਾਏ ਹੋਣ ਜੜੀਦਾਰ, ਇਹੋ ਜਿਹਾ ਹੋਵੇ। ਘੇਰਦਾਰ ਦਿਖੈ ਜਿਮ ਗੌਰਾ, ਉਹ ਵੱਡਾ ਪਜਾਮਾ ਹੋਵੇ, ਘੇਰੇ ਵਾਲਾ ਹੋਵੇ। ਸੁੰਦਰ ਤੇ ਇਜਾਰ ਬੰਦ ਪਾਏ, ਨਾਲਾ ਵੀ ਜਿਹੜਾ ਨਾ ਉਹ ਨਾਲਾ ਉਹਦਾ ਜਰੀਦਾਰ ਕਢਾਈ ਵਾਲਾ ਹੋਵੇ ਤੇ ਅੱਗੇ 2 ਗੁੱਛੇ ਲਟਕਦੇ ਹੋਣ। ਜਦੋਂ ਉਹ ਪਜਾਮੇ ਦਾ ਨਾਲਾ ਬੰਨਿਆ ਹੋਵੇ, ਥੱਲੇ ਨੂੰ ਲਟਕਦਾ ਨਜ਼ਰ ਵੀ ਆਵੇ, ਪਤਾ ਲੱਗੇ ਵੀ ਕੋਈ ਅਮੀਰੀ ਠਾਠ ਦਾ ਬੰਦਾ ਹੈ। ਹਰ ਚੀਜ਼ ਦੇ ਵਿੱਚ ਚਮਕ ਦਮਕ ਹੋਣੀ ਚਾਹੀਦੀ ਹੈ। ਅੱਜ ਤਿਆਰ ਇਹ ਦੇਹੋ ਕਰਵਾਏ, ਅੱਜ ਮਿਹਰਬਾਨੀ ਕਰਕੇ ਤੁਸੀਂ ਸ਼ਾਮ ਤੱਕ ਇਹ 3 ਕੱਪੜੇ ਤੇ ਚੌਥਾ ਪਜਾਮਾ ਤਿਆਰ ਕਰਵਾ ਦਿਓ। ਲਾਂਬੀ ਗਜਨ ਵਿਖੈ ਇੱਕ ਪਾਗ, ਤੇ ਪੱਗ ਵੀ 12 ਗਜ ਲੰਮੀ ਹੋਣੀ ਚਾਹੀਦੀ, ਵੱਡੀ ਪੱਗ ਬੰਨਣੀ ਹੈ ਮੈਂ ਸਿਰ ਦੇ ਉੱਤੇ, ਤੇ ਗਜਾਂ ਵਿੱਚ ਲੰਮੀ ਪੱਗ ਹੋਵੇ। ਤਿਸ ਕੇ ਛੋੜ ਜਰੀ ਬੜ ਲਾਗ, ਪੱਗ ਵੀ ਮਹਿੰਗੀ ਹੋਵੇ, ਜਿਹੜੇ ਉਹਦੇ ਦੋਵੇਂ ਕਿਨਾਰੇ ਨੇ ਉੱਤੇ ਜਰੀਦਾਰ ਤਿੱਲੇ ਦੀ ਕਢਾਈ ਕੱਢੀ ਹੋਵੇ, ਜਰੀਦਾਰ ਵਾਲਾ ਚੀਰੇ ਵਾਲੀ ਪੱਗ ਹੋਵੇ। ਪਿੱਛੇ ਹੀ ਨੋਕ ਦਰਾਜ, ਅਤੇ ਨੋਕ ਵਾਲਾ ਖੁੱਸੇ ਵਾਲਾ ਜਰੀਦਾਰ ਜੋੜਾ, ਜੁੱਤੀ ਵੀ ਜਿਹੜੀ ਹੈ ਉਹ ਥੋੜੀ ਮਹਿੰਗੀ ਹੋਵੇ। ਜੋਰਾ ਜਰੀ ਜੁਗਤ ਲਿਓ ਆਜ, ਕਹਿੰਦੇ ਜਰੀਦਾਰ ਜੋੜਾ ਜਿਹਦੇ ਉੱਤੇ ਕਢਾਈ ਕੱਢੀ ਤਿੱਲੇ ਦੀ ਸੁੱਚੇ ਦੀ, ਉਹ ਜੋੜਾ ਹੋਵੇ ਤੇ ਉਹਦੀ ਨੋਕ ਗਾਂ ਨੂੰ ਉੱਠੀ ਹੋਵੇ ਤੇ ਪਜਾਮੇ ਦੇ ਨਾਲ ਆ ਕੇ ਟਕਰਾਂਦੀ ਹੋਵੇ। ਰਹੇ ਜਾਮ ਦਿਨ ਮੈਂ ਤਬ ਆਊਂ, ਮੈਂ ਸ਼ਾਮ ਦੇ 4 ਵਜੇ ਤੁਹਾਡੇ ਕੋਲ ਆ ਜਾਵਾਂਗਾ। ਸੋਚ ਇਸ਼ਨਾਨ ਕਰਨ ਅਬ ਜਾਊਂ, ਹੁਣ ਮੈਂ ਰਾਵੀ ਤੇ ਚੱਲਿਆ, ਸੋਚ ਇਸ਼ਨਾਨ ਕਰਾਂਗਾ, ਨਿਤਨੇਮ ਕਰਾਂਗਾ। ਤੁਸੀਂ ਮੇਰੇ ਆਉਂਦਿਆਂ ਤੱਕ ਇਹ 4-5 ਕੱਪੜੇ ਬਣਵਾ ਛੱਡਿਆ ਜੇ ਤੇ ਮੈਂ ਆ ਕੇ ਤੁਹਾਡੇ ਤੋਂ ਲਵਾਂਗਾ, ਪਰ ਇਹਨੂੰ ਗੱਲ ਨੂੰ ਗੁਪਤ ਰੱਖਿਆ ਜੇ। ਆਛੀ ਬਾਤ ਬਹੋਰੇ ਕਹੀ, ਭਾਈ ਬਹੋੜੇ ਨੇ ਆਖਿਆ ਜੀ ਫਿਕਰ ਨਾ ਕਰੋ, ਚੰਗੀ ਗੱਲ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿੱਤਾ, ਤੁਸੀਂ ਗੁਰੂ ਕੇ ਸਿੱਖੋ, ਜੋ ਤੁਸੀਂ ਕਹੋਗੇ ਮੈਂ ਹਾਜ਼ਰ ਕਰਾਂਗਾ। ਬਨਹਿ ਤਿਆਰ ਕਿਉਂ ਬਿਲ ਮੈਂ ਨਹੀਂ, ਤੁਸੀਂ ਫਿਕਰ ਨਾ ਕਰੋ, ਦੇਰੀ ਨਹੀਂ ਹੋਵੇਗੀ। ਸ਼ਾਮ ਤੱਕ ਜਿੱਦਾਂ ਦੇ ਕੱਪੜੇ ਤੁਸੀਂ ਗਏ ਨੇ ਬਿਲਕੁਲ ਉਦਾਂ ਦੇ ਤਿਆਰ ਹੋ ਜਾਣਗੇ। ਵਿਧੀਏ ਵੱਡੇ ਚਾਦਰੇ ਸੰਗ, ਬਾਬਾ ਬਿਧੀ ਚੰਦ ਜੀ ਨੇ ਵੱਡੀ ਸਾਰੀ ਚਾਦਰ ਦਾ ਬੁੱਕਲ ਮਾਰ ਲਿਆ, ਮੁੰਡਾਸਾ ਮਾਰ ਲਿਆ, ਕਰੇ ਅਛਾਦਨ ਸਗਰੇ ਅੰਗ, ਤੇ ਆਪਣਾ ਸਰੀਰ ਢੱਕ ਕੇ ਰਾਵੀ ਵੱਲ ਨਹਾਣ ਚਲੇ ਗਏ। ਨਿਕਸਿਓ ਸਦਨ ਗਇਓ ਪਰ ਛੋਰ, ਭਾਈ ਬੋੜੇ ਦੇ ਘਰੋਂ ਬਿਧੀ ਚੰਦ ਨਿਕਲਿਆ, ਸ਼ਹਿਰ ਤੋਂ ਬਾਹਰ ਚਲਾ ਗਿਆ। ਰਾਵੀ ਤੀਰ ਦੂਰ ਕਿਤ ਔਰ, ਰਾਵੀ ਦੇ ਕਿਨਾਰੇ ਦੂਰ ਚਲਾ ਗਿਆ। ਸ਼ੋਰ ਇਸ਼ਨਾਨ ਠਾਨ ਕਰ ਬਾਰੀ, ਤੇ ਸਾਧ ਸੰਗਤ ਜੀ ਭਾਈ ਬਿਧੀ ਚੰਦ ਜੀ ਨੇ ਰਾਵੀ ਦੇ ਜਲ ਵਿੱਚ ਇਸ਼ਨਾਨ ਕੀਤਾ। ਗੁਰੂ ਗਿਰਾ ਜਪ ਆਦਿ ਉਚਾਰੀ, ਸ੍ਰੀ ਜਪਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ, 52 ਅੱਖਰੀ ਹੋਰ ਗੁਰਬਾਣੀਆਂ ਦੇ ਪਾਠ ਨਿਤਨੇਮ ਕੀਤੇ। ਕੰਠ ਬਾਣੀ ਸੀ ਬਹੁਤ ਬਾਬਾ ਜੀ ਨੂੰ,
ਸਾਰਾ ਦਿਨ ਬਾਬਾ ਬਿਧੀ ਚੰਦ ਜੀ ਬਾਣੀ ਪੜ੍ਹਦੇ ਰਹਿੰਦੇ, ਨਾਮ ਜਪਦੇ ਰਹਿੰਦੇ। ਬਹੁਤ ਸਾਰੀ ਬਾਣੀ ਕੰਠ ਪੜ੍ਹੀ ਗਏ ਹਨ। 3 ਪਹਿਰ ਪੁਨ ਬਹਿਰ ਬਤਾਏ। 3 ਪਹਿਰ ਲਗਭਗ ਸ਼ਾਮ ਦੇ 4 ਵਜੇ ਤੱਕ ਰਾਵੀ ਦੇ ਕੰਢਿਆਂ ਲਈ ਉਧਰ ਹੀ ਫਿਰਦੇ ਰਹੇ। ਉੱਥੇ ਰਾਵੀ ਦਾ ਪਾਣੀ ਪੀ ਲਿਆ ਤੇ ਬਾਣੀ ਪੜ੍ਹਦੇ ਰਹੇ। ਸਦਨ ਬਹੋਰੇ ਪ੍ਰਭਿਸ਼ਿਓ ਆਏ। ਸ਼ਾਮ ਦੇ 4 ਵਜੇ ਨੂੰ ਭਾਈ ਬਿਧੀ ਚੰਦ ਜੀ ਬਹੋੜੇ ਖੱਤਰੀ ਦੇ ਘਰ ਵਾਪਸ ਆ ਗਏ। ਮੰਚ ਬਸਾਏ ਸਹਿਤ ਸਨਮਾਨਾ। ਬਾਬਾ ਬਿਧੀ ਚੰਦ ਜੀ ਨੂੰ ਭਾਈ ਬੌੜੇ ਨੇ ਮੰਜੇ ਤੇ ਸਨਮਾਨ ਦੇ ਨਾਲ ਬਿਠਾਇਆ। ਤਿਆਰ ਆਹਾਰ ਕਰਿਓ ਰਸ ਨਾਨਾ। ਬੌੜੇ ਦੀ ਘਰਵਾਲੀ ਨੇ ਵਧੀਆ ਭੋਜਨ ਤਿਆਰ ਕੀਤਾ ਹੋਇਆ ਸੀ, ਸਵਾਦਿਸ਼ਟ ਭੋਜਨ। ਉਤੀ ਬਹੋਰੇ ਕੀ ਤਬ ਤ੍ਰਿਆ। ਜੋ ਬੌੜੇ ਦੀ ਘਰਵਾਲੀ ਸੀ ਬੜੀ ਸ਼ਰਧਾ ਵਾਲੀ, ਭਾਵਨਾ ਵਾਲੀ ਬੀਬੀ ਸੀ। ਭੋਜਨ ਸਭ ਜਵਾਵਨ ਕੀਆ। ਉਹਨੇ ਭਾਈ ਬਿਧੀ ਚੰਦ ਜੀ ਨੂੰ ਪ੍ਰਸ਼ਾਦਾ ਛਕਾਇਆ ਹੈ। ਸੰਧਿਆ ਲਗੋ ਤਿਆਰ ਕਰਵਾਏ। ਸ਼ਾਮ ਤੱਕ ਸਾਰਾ ਕੁਝ ਤਿਆਰ ਹੋ ਗਿਆ। ਛਾਪੋਸ਼ਿਸ਼ ਕੋ ਸ਼ੋਭਨਵਾਏ। ਦਰਜੀ ਨੇ 3 ਕੁੜਤੇ ਵਧੀਆ ਸੀਮ ਦਿੱਤੇ, ਇੱਕ ਤਾਂ ਗੋਡਿਆਂ ਤੋਂ ਲੰਮਾ, ਇੱਕ ਗੋਡਿਆਂ ਤੱਕ ਤੇ ਇੱਕ ਲੱਕ ਤੱਕ। ਜਿਹੜਾ ਸਭ ਤੋਂ ਲੰਮਾ ਉਹ ਥੱਲੇ ਪਾਣਾ, ਜਿਹੜਾ ਉਸ ਤੋਂ ਉੱਚਾ ਉੱਪਰ ਪਾਣਾ, ਜਿਹੜਾ ਉਸ ਤੋਂ ਵੀ ਉੱਚਾ ਉਹ ਹੋਰ ਉੱਪਰ ਪਾਣਾ। ਇਸ ਤਰ੍ਹਾਂ ਬਾਰਡਰ ਜੇ ਬਣਾ ਲਏ ਨੇ, ਉੱਤੇ ਕਢਾਈ ਕੀਤੀ ਹੈ ਬੜੀ ਸੋਹਣੀ ਸੁੰਦਰ। ਪਜਾਮਾ ਵੀ ਖੁੱਲੇ ਪਹੁੰਚਿਆਂ ਵਾਲਾ ਹੈ। ਖੁੱਸੇਵਾਦਾਰ ਤਿੱਲੇ ਵਾਲੀ ਜੁੱਤੀ ਜਿਹਦੇ ਅੱਗੇ ਨੋਕ ਉੱਪਰ ਨੂੰ ਮੁੜ ਕੇ ਪਜਾਮੇ ਨੂੰ ਆ ਕੇ ਟਕਰਾਉਂਦੀ ਹੈ। ਤੇ ਪੱਗ ਜਿਹੜੀ ਹੈ ਉਹ ਛੱਜ ਵਰਗੀ ਵੱਡੀ ਚੌੜੀ ਕਰਕੇ ਬੰਨੀ ਹੈ। ਆਨ ਬਹੋਰੇ ਧਰੀ ਅਗਾਰੀ। ਇਹ ਸਾਰਾ ਸਮਾਨ ਬੌੜੇ ਖੱਤਰੀ ਨੇ ਬਾਬਾ ਬਿਧੀ ਚੰਦ ਜੀ ਦੇ ਅੱਗੇ ਲਿਆ ਰੱਖਿਆ ਹੈ। ਇੱਕ ਪ੍ਰਸੰਨ ਹੈ ਖੁਸ਼ੀ ਉਚਾਰੀ। ਬਾਬਾ ਜੀ ਵੇਖ ਕੇ ਬੜੇ ਪ੍ਰਸੰਨ ਹੋਏ, ਖੁਸ਼ ਹੋ ਕੇ ਕਹਿਣ ਲੱਗੇ, ਸਿੱਖਣ ਕੀ ਸੇਵਾ ਸਿੱਖ ਕਰੈ। ਕਹਿੰਦੇ ਦੇਖ ਭਾਈ ਬੌੜਾ, ਇਹ ਗੁਰੂ ਨਾਨਕ ਦਾ ਹੁਕਮ ਹੈ ਵੀ ਸਿੱਖਾਂ ਦੀ ਸਿੱਖ ਹੀ ਸੇਵਾ ਕਰਦੇ ਆ। ਸਿੱਖਾਂ ਨੂੰ ਪ੍ਰਸ਼ਾਦਾ ਸਿੱਖ ਛਕਾਉਂਦੇ ਆ। ਸਿੱਖਾਂ ਨੂੰ ਕੱਪੜਾ, ਮੰਜਾ, ਬਿਸਤਰਾ, ਧਨ ਪਦਾਰਥ ਸਿੱਖ ਹੀ ਅਰਦਾਸ ਕਰਾਉਂਦੇ ਆ। ਗੁਰੂ ਕੇ ਸਿੱਖ ਆਪਸ 'ਚ ਵੰਡ ਕੇ ਛਕਦੇ ਆ। ਨਿਜ ਤੇ ਵਦ ਗੁਰ ਲੇਖੈ ਧਰੈ। ਜੇ ਕੋਈ ਸਿੱਖ ਨੂੰ ਪ੍ਰਸ਼ਾਦਾ ਛਕਾਵੇ, ਗੁਰੂ ਉਹਨੂੰ ਸਾਰਾ ਕੁਝ ਦਿੰਦਾ। ਕਹਿੰਦਾ ਇਹਨੇ ਮੈਨੂੰ ਹੀ ਛਕਾਇਆ। ਸਿੱਖ ਨੂੰ ਕੱਪੜਾ ਦਵੇ, ਗੁਰੂ ਕਹਿੰਦਾ ਇਹ ਕੱਪੜਾ ਇਹਨੇ ਮੈਨੂੰ ਹੀ ਦਿੱਤਾ। ਭਾਈ ਗੁਰਦਾਸ ਜੀ ਦੇ ਬਚਨ ਨੇ ਨਾ, ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰਖੇਤ, ਅਸਵ ਮੇਦ ਫਲ ਸਿੱਖ ਕੋ ਜਿਵਾਏਗਾ। ਸਿੱਖ ਨੂੰ ਪਾਣੀ ਪਿਆ ਦਿਓ, ਇੰਨਾ ਫਾੜਾ ਜਿੰਨਾ ਕੁਰਸ਼ੇਤਰ ਸੂਰਜ ਗ੍ਰਹਿਣ ਦੇ ਮੇਲੇ ਤੇ ਜਾ ਕੇ ਇਸ਼ਨਾਨ ਕਰਨ ਦਾ ਹੈ। ਕਹਿੰਦੇ ਜੇ ਸਿੱਖ ਨੂੰ ਪ੍ਰਸ਼ਾਦਾ ਛਕਾ ਦਿਓ, ਅਸ਼ਵ ਮੇਧ ਜਗ ਦਾ ਫਲ ਹੈ, ਜਿੰਨਾ ਅਸ਼ਵ ਮੇਧ ਜਗ ਦਾ ਫਲ ਮਿਲਦਾ ਇੰਨਾ ਸਿੱਖ ਨੂੰ ਪ੍ਰਸ਼ਾਦਾ ਛਕਾਉਣ ਦਾ। ਸੋ ਗੁਰੂ ਸਾਹਿਬ ਦੀ ਖੁਸ਼ੀ ਤੁਹਾਡੇ ਤੇ ਹੋਵੇਗੀ ਜੋ ਤੁਸੀਂ ਗੁਰੂ ਕੇ ਸਿੱਖ ਦੀ ਇੰਨੀ ਸੇਵਾ ਕੀਤੀ ਹੈ। ਮੇਰੋ ਜਾਨ ਮਾਨ ਇਨਕੀਨ। ਮਹਾਰਾਜ ਇਹ ਸੋਚਦੇ ਆ ਵੀ ਇਹ ਸਿੱਖ ਦੀ ਸੇਵਾ ਸਿੱਖ ਕਰ ਰਿਹਾ, ਕਿਉਂ ਕਰ ਰਿਹਾ? ਮੇਰਾ ਜਾਣੇ ਕਰ ਰਿਹਾ, ਗੁਰੂ ਦਾ ਸਿੱਖ। ਗੁਰੂ ਨੂੰ ਪਤਾ ਹੁੰਦਾ ਵੀ ਇਹ ਸਿੱਖ ਮੈਨੂੰ ਪ੍ਰੇਮ ਕਰਦੇ ਆ ਤੇ ਮੇਰੇ ਸਿੱਖਾਂ ਨੂੰ ਵੀ ਪ੍ਰੇਮ ਕਰਦੇ ਆ। ਇੱਕ ਹੈ ਭਾਵ ਹੋਏ ਗੁਰੂ ਪ੍ਰਸੀਨ। ਤੇ ਸਿੱਖ ਦਾ ਪ੍ਰੇਮ ਵੇਖ ਕੇ ਗੁਰੂ ਪ੍ਰਸੰਨ ਹੁੰਦੇ। ਸਾਧ ਸੰਗਤ ਜੀ, ਅੱਜ ਆਪਾਂ ਜੇ 10 ਪਾਤਸ਼ਾਹੀਆਂ ਦੇ ਦਰਸ਼ਨ ਕਰਨੇ ਆ ਤੇ ਗੁਰੂ ਕੇ ਸਿੱਖਾਂ ਵਿੱਚੋਂ ਹੀ ਹੋਣੇ ਆ। ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਜਿਹੜਾ ਸਿੱਖਾਂ ਨੂੰ ਪ੍ਰੇਮ ਨਾਲ ਨਹੀਂ ਦੇਖਦਾ ਉਹ ਗੁਰੂ ਦੇ ਦਰਸ਼ਨ ਕਦੀ ਕਰ ਹੀ ਨਹੀਂ ਸਕਦਾ। ਗੁਰੂ ਦੇ ਦਰਸ਼ਨ ਕਰਨੇ ਤੇ ਗੁਰੂ ਕੇ ਸਿੱਖਾਂ ਨਾਲ ਪ੍ਰੇਮ ਕਰੋ, ਉਹਨਾਂ ਦੇ ਦਰਸ਼ਨ ਕਰੋ, ਉਹਨਾਂ ਦੇ ਵਿੱਚ ਹੀ ਗੁਰੂ ਵਸਦਾ ਹੈ। ਅੱਜ ਜਿੰਨੀ ਗੁਰੂ ਦੀ ਸੰਗਤ ਬੈਠੀ ਹੈ ਇਹ ਗੁਰੂ ਦਾ ਰੂਪ ਹੈ। ਕਿਉਂ? ਗੁਰੂ ਦੇ ਪਿਆਰ ਵਿੱਚ ਹੀ ਤੁਸੀਂ ਸਾਰੇ ਆਏ ਹੋ ਨਾ ਗੁਰਦੁਆਰੇ 'ਚ। ਜੇ ਗੁਰੂ ਨਾਲ ਪਿਆਰ ਨਾ ਹੁੰਦਾ ਇੱਥੇ ਆ ਕੇ ਬਹਿਣਾ ਸੀ, ਆਪੋ ਆਪਣੇ ਘਰਾਂ 'ਚ ਸੁੱਤੇ ਹੋਣਾ ਸੀ। ਇਹ ਗੁਰੂ ਦਾ ਪਿਆਰ ਤੇ ਇੱਕ ਦੂਜੀ ਦਾ ਅਸੀਂ ਇੱਦਾਂ ਹੀ ਸਤਿਕਾਰ ਕਰੀਏ ਵੀ ਜੇ ਮੈਂ ਗੁਰੂ ਨੂੰ ਪਿਆਰ ਕਰਦਾ ਉਹ ਵੀ ਗੁਰੂ ਨੂੰ ਪਿਆਰ ਕਰਦਾ ਤੇ ਫਿਰ ਆਪਣੇ ਨਫ਼ਰਤ ਨਹੀਂ ਰਹਿੰਦੀ ਸਾਡੇ ਅੰਦਰ। ਜਦੋਂ ਨਫ਼ਰਤ ਖਤਮ ਹੁੰਦੀ ਹੈ ਗੁਰੂ ਕਿਰਪਾ ਕਰਦਾ। ਜਦੋਂ ਸਿੱਖ 'ਚ ਨਫ਼ਰਤ ਹੁੰਦੀ ਹੈ ਉਦੋਂ ਗੁਰੂ ਮੂੰਹ ਮੋੜ ਲੈਂਦਾ ਸਿੱਖ ਵੱਲੋਂ। ਹਾਂਜੀ, ਸੁੰਦਰ ਇੱਕ ਗੁੱਛਾ ਸਗਰੀਨ। ਭਾਈ ਬਿਧੀ ਚੰਦ ਕਹਿੰਦੇ ਬਾਕੀ ਸਭ ਕੁਝ ਆ ਗਿਆ, ਇੱਕ ਹੋਰ ਚੀਜ਼ ਕਰਾ ਦਿਓ, ਮੈਨੂੰ ਇੱਕ ਸੰਗਲੀਆਂ ਦਾ ਗੁੱਛਾ ਬਣਾ ਦਿਓ। ਉਹ ਜਿਹੜੇ ਪੂਰਬ ਵਾਲੇ ਬੰਗਾਲ ਵਾਲੇ ਪਾਸੇ ਦੇ ਜੋਤਸ਼ੀ ਨੇ ਉਹ ਇੱਕ ਸੰਗਲੀਆਂ ਦਾ ਗੁੱਛਾ ਰੱਖਦੇ, ਇੱਦਾਂ ਸੁੱਟਦੇ ਆ, ਉਹਦੇ ਨਾਲ ਟੇਵਾ ਲਾਉਂਦੇ। ਕਹਿੰਦੇ ਮੈਨੂੰ ਸੰਗਲੀਆਂ ਦਾ ਗੁੱਛਾ ਬਣਵਾ ਦੇ। ਦੇਹੋ ਕਰਵਾਏ ਲੋਹਾਰ ਪ੍ਰਵੀਨ। ਕਿਸੇ ਸਿਆਣੇ ਲੋਹਾਰ ਦੇ ਕੋਲੋਂ ਮੈਨੂੰ ਕਢਵਾ ਕੇ ਦੇ ਰਾਤੋਂ ਰਾਤ। ਰਾਤ ਪਏ ਮੁਝ ਪਾਸ ਪਠਾਵੋ, ਤੇ ਸਵੇਰੇ ਮੇਰੇ ਕੋਲ ਭੇਜ ਦਵੀਂ ਗੁੱਛਾ ਵੀ ਸੰਗਲੀਆਂ ਦਾ। ਅਪਰ ਭੇਵ ਨਾ ਕਿਸ ਸੁਣਾਵੋ। ਤੇ ਇੱਕ ਕਿਸੇ ਨੂੰ ਭੇਤ ਨਹੀਂ ਦੇਣਾ, ਕਿਸੇ ਦੇ ਕੰਨੋਂ ਇਹ ਗੱਲ ਨਹੀਂ ਪਹੁੰਚਣ ਦੇਣੀ ਵੀ ਕਿਉਂ ਇਹ ਹੋ ਰਿਹਾ। ਇਹ ਤੁਹਾਨੂੰ ਵੀ ਬਾਅਦ 'ਚ ਪਤਾ ਲੱਗੇਗਾ ਵੀ ਇਹ ਸਾਰਾ ਕੁਝ ਕੀ ਹੋ ਰਿਹਾ ਹੈ। ਐਮ ਕਹਿ ਪੋਸ਼ਿਸ਼ ਲੀਨ ਵਿਸਾਲਾ। ਇਹਦਾ ਕਹਿ ਕੇ ਬਾਬਾ ਬਿਧੀ ਚੰਦ ਜੀ ਨੇ ਜੋਤਸ਼ੀਆਂ ਵਾਲੀ ਉਹ ਪੁਸ਼ਾਕ ਭਾਈ ਬਹੋੜੇ ਕੋਲੋਂ ਲੈ ਲਈ। ਸਿਮਰ ਭਏ ਆਇਓ ਧਰਮਸ਼ਾਲਾ। ਰਾਤ ਧਰਮਸ਼ਾਲਾ ਜਾ ਕੇ ਸੌਂਦੇ ਸਨ, ਗੁਰਦੁਆਰੇ ਵਿੱਚ ਆ ਕੇ ਪੈ ਗਏ। ਸੁਪਤ ਹੋਏ ਕਰ ਨਿਸਾ ਬਿਤਾਈ। ਗੁਰਦੁਆਰੇ ਵਿੱਚ ਕਮਰਾ ਲੈ ਕੇ ਉੱਥੇ ਭਾਈ ਸਾਹਿਬ ਸੌਂ ਗਏ, ਰਾਤ ਬਤੀਤ ਕੀਤੀ ਹੈ। ਸੋਚ ਇਸ਼ਨਾਨ ਕੀਨ ਸਹਸਾਈ। ਅੰਮ੍ਰਿਤ ਵੇਲੇ ਉੱਠੇ ਸੋਚ ਇਸ਼ਨਾਨ ਕੀਤਾ ਹੈ। ਆਨੇ ਆਪਣਾ ਭੇਸ ਬਣਾਇਓ। ਤੇ ਆਪਣਾ ਭੇਸ ਬਦਲਿਆ ਹੈ। ਹੁਣ ਬਾਬਾ ਜੀ ਜੋਤਸ਼ੀ ਬਣਨ ਲੱਗੇ ਆ। ਚਾਰ ਚਿਕਰ ਚੋਪਰ ਚਮਕਾਇਓ। ਕਹਿੰਦੇ ਆਪਣੇ ਕੇਸਾਂ ਨੂੰ ਨਾ ਕੰਘਾ ਕਰਕੇ
ਤੇਲ ਲਾ ਕੇ ਬੜਾ ਸੋਹਣਾ ਦਾੜਾ ਵੀ ਚਮਕਾਇਆ ਹੈ ਤੇ ਮੱਥੇ ਨੂੰ ਵੀ ਐਨ ਸੋਹਣਾ ਫਬਾਇਆ ਹੈ ਸ਼ੀਸ਼ੇ ਦੇ ਸਾਹਮਣੇ ਖੜ ਕੇ। ਸਾਫ ਸ਼ਮਸ ਕੇ ਕਰ ਵਿੱਚ ਚੀਰੇ, ਕੰਘਾ ਕਰ ਕਰਕੇ ਨਾ ਦਾੜੀ ਦੇ ਕੇਸਾਂ ਨੂੰ 2 ਹਿੱਸਿਆਂ 'ਚ ਵੰਡ ਲਿਆ, ਚੀਰ ਲਿਆ। ਯਾਨੀ ਇੱਥੋਂ ਠੋਡੀ ਤੋਂ ਅੱਧੇ ਕੇਸ ਇਉਂ ਨੂੰ ਕਰਕੇ ਉੱਪਰ ਨੂੰ ਬੰਨ ਲਿਆ, ਅੱਧੇ ਇਉਂ ਘੁਮਾ ਕੇ ਫਿਰ ਕੰਨ ਦੇ ਕੋਲ ਜਾ ਕੇ ਉਹਨਾਂ ਨੂੰ ਜੋੜ ਦਿੱਤਾ ਹੈ। ਇਸ ਦੋਨੋਂ ਕਰਨੰਤ ਉਚੀਰੇ, ਏਦਾਂ ਅੱਧਾ ਦਾੜਾ ਇਉਂ ਕਰ ਲਿਆ, ਇੱਧਰ ਦੇ ਅੱਧਾ ਇਉਂ ਕਰਕੇ ਤੇ ਇੱਥੇ ਉੱਪਰ ਕਰਕੇ ਪੱਗ ਦੇ ਲੜਾ ਦੇ ਵਿਚਕਾਰ ਕਰਕੇ ਉਹਨੂੰ ਬੰਨ ਲਿਆ। ਜਿਵੇਂ ਕਈ ਉੱਧਰ ਰਾਜਸਥਾਨ ਵਿੱਚ ਰਾਜਪੂਤ ਲੋਕ ਏਦਾਂ ਅਜੇ ਵੀ ਸਟਾਈਲ ਨਾਲ ਦਾੜੀ ਬੰਨ੍ਹਦੇ ਆ। ਦਾੜੀ ਨੂੰ ਵਿੱਚੋਂ ਦੀ ਚੀਰ ਲੈਂਦੇ ਆ, 2 ਹਿੱਸੇ ਕਰ ਲੈਂਦੇ, ਥੋੜੀ ਨੰਗੀ ਨਜ਼ਰ ਆਉਂਦੀ ਹੈ। ਏਦਾਂ ਦਾ ਰੂਪ ਬਣਾ ਲਿਆ ਹੈ। ਥਲ ਕੋ ਕਾਟ ਦਿਖਾਵਾ, ਕਹਿੰਦੇ ਆ ਜਿਹੜੀ ਠੋਡੀ ਹੈ ਨਾ ਉਹ ਸਾਫ਼ ਦਿਸਦੀ ਹੈ। ਬਾਬਾ ਜੀ ਨੇ ਦਾੜੀ ਇਸ ਤਰੀਕੇ ਨਾਲ ਬੰਨੀ ਹੈ ਉੱਪਰ ਨੂੰ ਕਰਕੇ ਵੀ ਠੋਡੀ ਦਿਸਣ ਲੱਗ ਪਈ ਹੈ। ਜੋਗ ਮੁੱਛਨ ਕਰ ਊਚ ਮਿਲਾਵਾ, ਦੋਵਾਂ ਮੁੱਛਾਂ ਨੂੰ ਤਾ ਦੇ ਕੇ ਤੇਲ ਲਾ ਕੇ ਐਨ ਭਰਵੱਟਿਆਂ ਦੇ ਕੋਲ ਉੱਚੀਆਂ ਕਰ ਲਈਆਂ, ਉੱਚੇ ਉੱਚੇ ਮੁਸ਼ਹਿਰੇ ਕੱਸ ਲਏ ਹਨ। ਪੂਰਬ ਪਹਿਰ ਪਿਰਾਹਨ ਨੀਵਾ, ਸਭ ਤੋਂ ਪਹਿਲਾਂ ਲੰਮਾ ਕੁੜਤਾ ਪਾਇਆ ਜਿਹੜਾ ਗੋਡਿਆਂ ਤੋਂ ਪਿੰਜਣੀਆਂ ਤੱਕ ਥੱਲੇ ਹੈ ਲੰਮਾ, ਉਹ ਚੋਲਾ ਪਾਇਆ ਹੈ। ਉਹਰੋ ਦੂਸਰ ਪਹਿਰ ਉਚੀਵਾ, ਫਿਰ ਦੂਜਾ ਗੋਡਿਆਂ ਵਾਲਾ ਜਿਹੜਾ ਗੋਡਿਆਂ ਤੱਕ ਸੀਗਾ ਉਹ ਉਹਦੇ ਉੱਪਰ ਪਾਇਆ ਹੈ। ਅਲਪ ਸਬਨ ਕੇ ਉੱਪਰ ਪਾਏ, ਤੀਜਾ ਜਿਹੜਾ ਜਾਕਟ ਜਿੰਨਾ ਸੀਗਾ ਕੁੜਤੀ ਜੀ ਸੀ ਉਹ ਜਿਹੜੀ ਆਪਣੇ ਲੱਕ ਤੱਕ ਜਾਂਦੀ ਸੀ ਪੇਟ ਤੱਕ ਉਹ ਪਾਈ ਹੈ। ਉਤਰੋਤਰ ਤਬ 3 ਬਣਾਏ, ਇਹ ਤਿੰਨੇ ਹੀ ਉੱਪਰ ਦੇ ਉੱਪਰ ਭਾਵ ਲੰਮਾ ਸਭ ਤੇ ਥੱਲੇ ਤੇ ਵਿਚਕਾਰਲਾ ਉੱਪਰ, ਛੋਟਾ ਸਭ ਤੋਂ ਉੱਪਰ ਪਾਇਆ ਹੈ। ਚੌੜੀ ਤਰ੍ਹਾਂ ਬੰਦ ਦਸਤਾਰ, ਤੇ ਪੱਗ ਚੌੜੀ ਉੱਚੀ ਜਿਵੇਂ ਛੱਜ ਦੇ ਤਰ੍ਹਾਂ ਹੁੰਦੀ ਨਾ ਇਉਂ ਕਰਕੇ ਖੁੱਲੀ ਖੁੱਲੀ ਕਰਕੇ ਬੰਨੀ ਹੈ। ਸਿਪਰ ਸਮਾਨ ਸੁਕੀਨ ਆਕਾਰ, ਉੱਪਰ ਇਉਂ ਬਣ ਗਿਆ ਜਿਵੇਂ ਢਾਲ ਹੁੰਦੀ ਹੈ, ਢਾਲ ਵਰਗੀ ਡੂੰਗੀ ਜੀ ਬਣ ਗਈ ਹੈ ਪੱਗ। ਪਾਇਨ ਪਰਮ ਪਜਾਮਾ ਪਾਇਓ, ਤੇ ਖੁੱਲੇ ਪਹੁੰਚਿਆਂ ਵਾਲਾ ਵੱਡਾ ਪਜਾਮਾ ਪੈਰਾਂ 'ਚ ਪਾਇਆ, ਲੱਤਾਂ 'ਚ ਪਾਇਆ। ਬੰਦ ਚਾਰ ਬੰਦ ਦਿਖ ਰਾਇਓ, ਤੇ ਜਿਹੜਾ ਨਾਲਾ ਬੰਨਿਆ ਨਾਲੇ ਦੇ ਨਾਲ ਜਰੀਦਾਰ ਗੁੱਛੇ ਲਮਕਾ ਲਏ ਨੇ ਗੋਡਿਆਂ ਤੱਕ, ਵੀ ਪਤਾ ਲੱਗਦਾ ਵੀ ਨਾਲ ਪੁਰਾਣੇ ਜ਼ਮਾਨੇ 'ਚ ਇੱਕ ਫੈਸ਼ਨ ਇਹ ਵੀ ਹੁੰਦਾ ਸੀ ਜਰੀਦਾਰ ਨਾਲਾ ਬੰਨ੍ਹਦੇ ਸੀ, ਗੁੱਛਾ ਲਮਕਾ ਕੇ ਥੱਲੇ ਤੱਕ ਦਿਸਦਾ ਸੀਗਾ। ਇਉਂ ਗੁੱਛੇਦਾਰ ਉਹ ਜਰੀਦਾਰ ਨਾਲਾ ਬੰਨਿਆ ਹੈ ਪਜਾਮੇ ਦਾ। ਜੋਰਾ ਠੋਕ ਨੋਕਦਾਰ ਪੱਗ ਪਹਿਰਾ, ਤੇ ਜੁੱਤੀ ਜਿਹੜੀ ਆ ਤਿੱਲੇ ਵਾਲੀ ਸੁੱਚੇ ਦੀ ਕਢਾਈ ਕੱਢੀ ਹੋਈ ਨੋਕਦਾਰ ਉਹ ਪੈਰਾਂ 'ਚ ਪਾਈ ਹੈ। ਹਿੰਦੁਸਤਾਨੀ ਬਣ ਕੇ ਗਹਿਰਾ, ਪੱਕਾ ਹਿੰਦੁਸਤਾਨੀ ਬਣ ਕੇ ਬੰਗਾਲੀ ਬਾਬਾ ਬਣ ਕੇ ਬੈਠਿਓ ਤੋਂ ਸੰਗਰੀ ਆਈ। ਇਹਨਾਂ ਨੂੰ ਸੰਗਲੀ ਵੀ ਆ ਗਈ ਆ ਲੋਹਾਰ ਦੇ ਕੋਲੋਂ, ਭਾਈ ਭੌੜਾ ਲੈ ਆਇਆ ਲੈ ਕਰ ਵੀ ਅਗਰ ਲਟਕਾਈ, ਉਹ ਏਦਾਂ ਲੈ ਕੇ ਹੱਥ ਦੇ ਵਿੱਚ ਸੰਗਲੀ ਲਟਕਾ ਲਈ ਹੈ। ਸਨਾ ਸਨਾ ਪੱਗ ਤਰ੍ਹਾਂ ਅਗਾਰੀ, ਤੇ ਹੁਣ ਸੰਗਲੀ ਫੜ ਕੇ ਜੋਤਸ਼ੀ ਬਾਬਾ ਬੰਗਾਲੀ ਬਾਬਾ ਬਣ ਕੇ ਬਾਬਾ ਬਿਧੀ ਚੰਦ ਜੀ ਹੌਲੇ ਹੌਲੇ ਠੁਮਕ ਠੁਮਕ ਪੈਰ ਧਰਨ ਲੱਗੇ ਨੇ। ਗਰੀਬ ਬਾਜ਼ਾਰ ਕੇਰ ਮਝਾਰੀ, ਬੜੀ ਸੋਹਣੀ ਚਾਲ ਬਣਾ ਲਈ ਹੈ, ਆਪਣੀ ਚਾਲ ਵੀ ਬਦਲ ਲਈ ਹੈ। ਤੇ ਹੌਲੇ ਹੌਲੇ ਤੁਰਦੇ ਨੇ ਵੀ ਬਾਜ਼ਾਰ ਦਾ ਹਰ ਬੰਦਾ ਮੈਨੂੰ ਦੇਖੇ, ਮੈਨੂੰ ਮਿਲੇ, ਮੈਨੂੰ ਪੁੱਛੇ। ਰਿਸ਼ਤੇ ਅਚੰਚਲ ਧੀਰਜ ਧਾਰੀ, ਅੱਖਾਂ ਬੜੀਆਂ ਟਿਕਾ ਲਈਆਂ ਨੇ, ਇੱਧਰ ਉੱਧਰ ਨਹੀਂ ਦੇਖਦੇ, ਅਚੰਚਲ ਕਰ ਲਈ ਸਿੱਧੇ ਦੇਖਦੇ ਆ। ਧੀਰਜ ਦੇ ਨਾਲ ਬੜੇ ਹੌਸਲੇ ਦੇ ਨਾਲ ਬਾਬਾ ਜੀ ਜਾ ਰਹੇ ਨੇ। ਸੂਸ਼ਮ ਛਰੀ ਖਰੀਦਤ ਵਾਰੀ, ਬਰੀਕ ਜੀ ਛੜੀ ਬਹੁਤ ਸੋਹਣੀ ਸੋਭਾ ਵਾਲੀ ਹੱਥ 'ਚ ਫੜ ਲਈ ਹੈ। ਨਰਨੇ ਅਜਾਇਬ ਬੇਸ ਨਿਹਾਰਾ, ਲਾਹੌਰ ਦੇ ਲੋਕਾਂ ਨੇ ਪਹਿਲੀ ਵਾਰ ਇਹ ਲਿਬਾਸ ਵੇਖਿਆ, ਇਦਾਂ ਦੇ ਕੱਪੜੇ ਕੋਈ ਪਾਉਂਦਾ ਨਹੀਂ। ਨਵੇਂ ਕੱਪੜੇ ਅਜੀਬੋ ਗਰੀਬ ਕਿਸਮ ਦੇ। ਹਿੰਦੁਸਤਾਨੀ ਬੰਦਾ ਕੋਈ ਆਇਆ ਪੰਜਾਬ ਦੇ ਵਿੱਚ, ਸਾਰੇ ਦੇਖਦੇ ਨੇ। ਹਿਰਨ ਹੇਤ ਆਏ ਚੱਲ ਲਾਰਾ, ਕਹਿੰਦੇ ਲੋਕ ਵੇਖਣ ਵਾਸਤੇ ਲਾਰਾ ਬੰਨ ਕੇ ਆਉਣ ਲੱਗੇ ਹਨ। ਕੌਣ ਦੇਸ਼ ਤੇ ਇਹ ਚੱਲ ਆਇਓ, ਇੱਕ ਦੂਜੀ ਨੂੰ ਪੁੱਛਦੇ ਨੇ ਇਹ ਕੌਣ ਨੇ ਸਾਹਿਬ, ਕਿਹੜੇ ਦੇਸ਼ 'ਚੋਂ ਆਏ ਨੇ। ਆਗੇ ਪਰ ਮੈਂ ਨਹਿ ਦਰਸਾਇਓ, ਇਦਾਂ ਦਾ ਬੰਦਾ ਅੱਗੇ ਤਾਂ ਕਦੀ ਦੇਖਿਆ ਨਹੀਂ ਲਾਹੌਰ ਦੇ ਵਿੱਚ, ਪਹਿਲੀ ਵਾਰ ਇਹ ਬੰਦਾ ਇਦਾਂ ਦੇ ਲਿਬਾਸ ਵਾਲਾ ਤੱਕਿਆ ਹੈ। ਇੱਜ਼ਤ ਬੂਜਤ ਹੈ ਹੋਏ ਪਾਸ, ਕਈ ਕੋਲ ਹੋ ਕੇ ਪੁੱਛ ਵੀ ਲੈਂਦੇ ਨੇ ਕੌਣ ਨਾਮ ਅਰ ਕਹਾ ਨਿਵਾਸ, ਜਨਾਬ ਕਿੱਥੋਂ ਆਏ ਹੋ, ਕੌਣ ਹੋ, ਕਿਹੜੇ ਦੇਸ਼ ਦੇ ਰਹਿਣ ਵਾਲੇ ਹੋ। ਸਾਹਿਬ ਲੋਕ ਦੂਰ ਹਮ ਦੇਸ਼, ਅੱਗੋਂ ਕਹਿੰਦਾ ਬਿਧੀ ਚੰਦ ਹਮ ਸਾਹਿਬ ਲੋਕ हैं, दूर देश से आए हैं हम। हाँ जी, गुणी महागुण तरह विशेष, हम बहुत गुणी हैं, बहुत गुण जानते हैं, हमारे को बहुत विद्या आती है। ਧੀਰਜ ਸਹਿਤ ਕਹਿਤ ਇਮ ਜਾਏ, ਔਰ ਹੌਸਲੇ ਨਾਲ ਗੱਲ ਕਹਿੰਦਾ, ਗੱਲ ਪੂਰੇ ਟਿਕਾ ਨਾਲ ਕਹਿੰਦਾ, ਜਿਹੜਾ ਵੀ ਗੱਲ ਸੁਣਦਾ ਉਹਦੀ ਗੱਲ ਨੂੰ ਮੰਨ ਲੈਂਦਾ। ਜਹਾਂ ਦੁਰਗ ਕੋ ਪੌਰ ਸਹਾਏ, ਤੇ ਕਿੱਧਰ ਜਾ ਰਿਹਾ, ਜਿੱਧਰ ਲਾਹੌਰ ਦੇ ਕਿਲੇ ਦਾ ਦਰਵਾਜ਼ਾ ਹੈ, ਮੁੱਖ ਦਰਵਾਜ਼ੇ ਵੱਲ ਤੁਰਿਆ ਜਾਂਦਾ ਬਿਧੀ ਚੰਦ। ਫੇਰਨ ਹੇਤ ਅਨਕ ਨਰ ਸੰਗ, ਇਸ ਨਵੇਂ ਆਏ ਹੋਏ ਬਾਬੇ ਨੂੰ, ਨਵੇਂ ਆਏ ਹੋਏ ਸਾਹਿਬ ਨੂੰ ਵੇਖਣ ਲਈ ਕਈ ਪਿੱਛੇ ਪਿੱਛੇ ਤੁਰੇ ਜਾਂਦੇ ਹਨ ਲੋਕ। ਚਲਿਓ ਜਾਤ ਕਰ ਗਰੀਬ ਉਤੰਗ, ਉੱਚੀ ਗਰਦਨ ਕਰਕੇ ਬੜਾ 6.5 ਫੁੱਟ ਲੰਮਾ ਉੱਚਾ ਸੋਹਣਾ ਸੁਨੱਖਾ ਸੀ ਬਾਬਾ ਬਿਧੀ ਚੰਦ, ਬਹੁਤ ਸੋਹਣੇ ਸਨ, ਤੁਰੇ ਜਾਂਦੇ ਹਨ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਉਹ ਕਿਲੇ ਦੇ ਕੋਲ ਪਹੁੰਚੇ ਹਨ, ਸੌਂਦੇ ਖਾਂ ਦਰੋਗਾ ਮਿਲਿਆ ਹੈ ਤੇ ਉਹਦੀ ਗੱਲ, ਉਹਦੀ ਜਿਹੜੀ ਉਹ ਪੁੱਛਣੀ ਚਾਹੁੰਦਾ ਸੀ ਉਹਨੂੰ ਆਪ ਹੀ ਦੱਸ ਦਿੱਤੀ ਵੀ ਖਾਨ ਸਾਹਿਬ ਲੱਗਦਾ ਤੁਹਾਡਾ ਘੋੜਾ ਗੁੰਮਿਆ ਹੋਇਆ ਤੇ ਘੋੜੇ ਦੀ ਪੁੱਛ ਕਰਨੀ ਚਾਹੁੰਦੇ ਹੋ।
ਤੇ ਉਹ ਤੇ ਹੈਰਾਨ ਹੋ ਗਿਆ ਵੀ ਬੰਦਾ ਤੇ ਅੰਤਰਜਾਮੀ ਟੱਕਰ ਗਿਆ, ਤੇ ਉਹਨੂੰ ਫਿਰ ਕਿਸ ਤਰ੍ਹਾਂ ਬਾਬਾ ਜੀ ਦਿਨੇ ਤਾਰੇ ਦਿਖਾਣਗੇ, ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।